ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਰਹੇਗਾ ਦਵਾਈਆਂ ਅਤੇ ਡਾਈਟ, ਯਾਨੀ ਕਿ ਖਾਣ ਪੀਣ ਦੇ ਨਾਲ ਸਰੀਰ ਦਾ ਇਲਾਜ। ਕੋਈ ਵੇਲਾ ਸੀ ਜਦੋਂ ਕੋਈ ਬਿਮਾਰ ਹੁੰਦਾ ਤਾਂ ਤੁਰੰਤ ਭੱਜਦਾ ਡਾਕਟਰ ਕੋਲੇ ਕਿ ਜਾ ਕੇ ਦਵਾਈ ਲਈਏ ਤੇ ਅਸੀਂ ਇਲਾਜ ਕਰਵਾ ਕੇ ਠੀਕ ਹੋਈਏ। ਲੇਕਿਨ ਅੱਜ ਹੈਰਾਨੀ ਦੀ ਗੱਲ ਇਹ ਹੋ ਰਹੀ ਹੈ ਕਿ ਉਹੀ ਡਾਕਟਰ ਇਹ ਕਹਿਣ ਨੂੰ ਮਜਬੂਰ ਹੋ ਗਏ ਨੇ ਕਿ ਦਵਾਈਆਂ ਤੋਂ ਪਹਿਲਾਂ ਆਪਾਂ ਆਪਣਾ ਖਾਣ ਪਾਣ ਠੀਕ ਕਰੀਏ। ਬਹੁਤ ਜ਼ਿਆਦਾ ਵਰਸਟ ਕੰਡੀਸ਼ਨ, ਯਾਨੀ ਮਾੜੇ ਹਾਲਾਤਾਂ 'ਚ ਜਾ ਕੇ ਜੇਕਰ ਲੋੜ ਹੋਏ ਤਾਂ ਆਪਾਂ ਨੂੰ ਦਵਾਈ ਲੈਣੀ ਚਾਹੀਦੀ ਹੈ। ਦਵਾਈਆਂ ਤੋਂ ਬਚੋ। ਕਿਉਂ ਹੋਏ ਨੇ ਇਹ ਹਾਲਾਤ, ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰਕਾਰ। ਡਾਕਟਰ ਸਾਹਿਬ, ਹਾਲਾਤ ਵਾਕਈ ਬਹੁਤ ਮਾੜੇ ਹੋ ਗਏ ਨੇ, ਕਿਉਂਕਿ ਤੁਸੀਂ ਵੀ ਕਮਿਊਨਿਟੀ ਮੈਡੀਸਨ ਦੀ MD ਇਹੀ ਸੋਚ ਕੇ ਕੀਤੀ ਹੋਣੀ ਕਿ ਜਨਤਾ ਦੀ ਸੇਵਾ ਜਿਹੜੀ ਹੈ ਦਵਾਈਆਂ ਨਾਲ ਕਰੀਏ। ਬੱਚਿਆਂ ਦੀ MD ਵੀ ਇਸੇ ਸੋਚ ਕੇ ਕੀਤੀ ਹੋਣੀ ਕਿ ਬੱਚਿਆਂ ਦਾ ਇਲਾਜ ਆਪਾਂ ਦਵਾਈਆਂ ਨਾਲ ਕਰੀਏ। ਪਰ ਅੱਜ 50 ਸਾਲ ਦੀ ਪ੍ਰੈਕਟਿਸ ਤੋਂ ਬਾਅਦ ਤੁਸੀਂ ਇਸ ਨਤੀਜੇ 'ਤੇ ਪਹੁੰਚੇ ਹੋ ਕਿ ਦਵਾਈਆਂ ਨਹੀਂ, ਡਾਈਟ ਨਾਲ ਇਲਾਜ ਕਰੀਏ। ਕਿੱਥੇ ਫਰਕ ਆ ਗਿਆ? ਕਮਲ ਜੀ, ਮੈਨੂੰ ਯਾਦ ਆ ਜਦੋਂ ਮੈਂ MBBS ਕਰਕੇ ਨਿਕਲਿਆ ਸੀਗਾ। ਹੁਣ ਤਾਂ ਲੋਕ ਹੌਲੀ ਹੌਲੀ ਇੰਨੇ ਆਦੀ ਹੋ ਗਏ ਆ ਦਵਾਈਆਂ ਖਾਣ ਦੇ ਕਿ ਲੋਕ ਪਰਹੇਜ਼ ਪੁੱਛਦੇ ਹੀ ਨਹੀਂ। ਉਦੋਂ ਹਰ ਮਰੀਜ਼ ਦਾ ਇਹ ਪਹਿਲਾ ਸਵਾਲ ਹੁੰਦਾ ਸੀ ਵੀ ਡਾਕਟਰ ਦਵਾਈ ਲਿਖ ਦਿਓ ਨਾ, ਦਵਾਈ ਸਮਝਾ ਦਿਓ, ਤੇ ਬਾਅਦ 'ਚ ਅਖੀਰ 'ਚ ਮਰੀਜ਼ ਪੁੱਛਦਾ ਸੀ ਵੀ ਡਾਕਟਰ ਸਾਹਿਬ ਪਰਹੇਜ਼ ਕੀ ਕਰਨਾ। ਆਮ ਹਰ ਯੂਨੀਵਰਸਲ ਸਵਾਲ ਹੁੰਦਾ ਸੀ ਹਰ ਮਰੀਜ਼ ਦਾ ਕਿ ਡਾਕਟਰ ਸਾਹਿਬ ਪਰਹੇਜ਼ ਕੀ ਕਰਨਾ। ਹੁਣ ਸਾਨੂੰ ਤਾਂ ਪਰਹੇਜ਼ ਪੜ੍ਹਾਇਆ ਨਹੀਂ ਜਾਂਦਾ, ਸਾਨੂੰ ਅੰਦਰੋਂ ਅੰਦਰੀ ਮਰੀਜ਼ ਤੇ ਹਾਸਾ ਆਉਂਦਾ ਸੀਗਾ। ਪਰ ਬਾਅਦ 'ਚ ਮੈਨੂੰ ਹੌਲੀ ਹੌਲੀ ਸਮਝ ਆਈ ਵੀ ਸਾਨੂੰ ਤਾਂ ਆਪਣੇ ਆਪ ਤੇ ਹੱਸਣਾ ਚਾਹੀਦਾ ਸੀਗਾ ਕਿ ਸਾਨੂੰ ਗੱਲ ਜਿਹੜੀ ਪੜ੍ਹਾਈ ਨਹੀਂ ਗਈ। ਮਰੀਜ਼ ਸਾਨੂੰ ਸਵਾਲ ਪੁੱਛਦਾ, ਸਾਨੂੰ ਲੱਗਦਾ ਮਰੀਜ਼ ਦਾ ਸਵਾਲ ਗਲਤ ਹੈ। ਉਦੋਂ ਇਹ ਲੱਗਦਾ ਹੁੰਦਾ ਸੀਗਾ ਕਿ ਮੈਂ ਲਿਖਿਆ ਫਾਲਤੂ ਜਿਹਾ ਸਵਾਲ ਪੁੱਛ ਰਿਹਾ ਵੀ ਦਵਾਈ ਖਾ ਲਈ, ਹੁਣ ਪਰਹੇਜ਼ ਨੂੰ ਕੀ ਹੈ ਵੀ ਜੋ ਮਰਜ਼ੀ ਖਾਓ ਤੇ ਜੋ ਮਰਜ਼ੀ ਪੀਓ। ਇਹ ਜਿਹੜਾ ਕਲਚਰ ਆਇਆ, ਜਿਹੜਾ ਪਰਹੇਜ਼ ਵਾਲੀ ਗੱਲ ਸੀ, ਉਹ ਸਾਡੇ ਆਯੁਰਵੇਦ ਦੀ ਗੱਲ ਸੀਗੀ ਕਿ ਸਾਡੇ ਆਯੁਰਵੇਦ ਦੇ ਅੰਦਰ ਪਰਹੇਜ਼ ਜਿਹੜਾ ਸੀਗਾ ਉਹ ਮੁੱਖ ਗਿਣਿਆ ਜਾਂਦਾ ਸੀਗਾ ਕਿ ਖਾਣ ਪੀਣ ਦਾ ਪਰਹੇਜ਼ ਕਰਕੇ ਜਾਂ ਖਾਣ ਪੀਣ ਦੀ ਰੈਗੂਲੇਸ਼ਨ ਕਰਕੇ ਇਲਾਜ ਹੋ ਸਕਦੇ ਆ। ਇਸ ਕਰਕੇ ਸਾਡੇ ਸੱਭਿਆਚਾਰ ਦਾ ਹਿੱਸਾ ਸੀਗਾ ਇਹ ਸੋਚਣਾ, ਇਹ ਪੁੱਛਣਾ ਕਿ ਪਰਹੇਜ਼ ਕੀ ਕਰੋ। ਤੇ ਸਾਡੇ ਨਾਨੀ ਦਾਦੀ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਵੀ ਨਾਲ ਦੀਆਂ ਪਹਿਲਾਂ ਦੱਸਦੇ ਸੀ ਪੇਟ ਖਰਾਬ ਹੋ ਜਾਏ ਕੀ ਪਰਹੇਜ਼ ਕਰਨਾ ਹੈ, ਜ਼ੁਕਾਮ ਹੋ ਜਾਏ ਕੀ ਪਰਹੇਜ਼ ਕਰਨਾ ਹੈ, ਬੁਖਾਰ ਹੋ ਜਾਏ ਕੀ ਪਰਹੇਜ਼ ਕਰਨਾ ਹੈ। ਬਚਪਨ ਤੋਂ ਸੁਣਦੇ ਆਏ ਸੀਗੇ। ਉਹ ਫਿਰ ਬੜਾ ਮਤਲਬ ਉਸ ਵੇਲੇ ਸਾਨੂੰ ਇੱਕ ਵਾਰੀ ਤਾਂ ਉਸ ਵੇਲੇ ਤਾਂ ਮਰੀਜ਼ ਬੋਲੇ ਲੱਗਦੇ ਸੀਗੇ। ਬਾਅਦ ਸਾਨੂੰ ਹੌਲੀ ਹੌਲੀ ਸਮਝ ਆਈ ਮੈਨੂੰ ਕਿ ਵੀ ਬੋਲੇ ਤਾਂ ਅਸੀਂ ਵੀ ਸਾਨੂੰ ਤਾਂ ਪੜ੍ਹਾਇਆ ਕੁਛ ਨਹੀਂ ਉਹਨਾਂ ਨੇ ਪਰਹੇਜ਼ ਬਾਰੇ, ਅਤੇ ਉਹ ਹੁਣ ਅਸੀਂ ਇਹਦਾ ਜਵਾਬ ਨਹੀਂ ਦੇ ਸਕਦੇ। ਤਾਂ ਉਹ ਇਹ ਡਿਸਪੈਰਿਟੀ ਜਿਹੜੀ, ਪਰ ਮੈਨੂੰ ਜਿਹੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੈਨੂੰ ਕੋਈ ਗੱਲ ਬਹੁਤ ਜਲਦੀ ਸਮਝ ਆ ਗਈ ਸੀਗੀ। ਮੈਂ ਨਾਲ ਦਵਾਈਆਂ ਦੇ ਨਾਲ ਦਵਾਈਆਂ ਮੇਰੀ ਕੋਸ਼ਿਸ਼ ਰਹੀ ਕਿ ਘੱਟ ਤੋਂ ਘੱਟ ਵਰਤੀਆਂ ਜਾਣ। ਅਤੇ ਬਹੁਤ ਜ਼ਿਆਦਾ ਲੰਬੀ ਪਰਚੀਆਂ ਲਿਖਣ ਮੈਂ ਸ਼ੁਰੂ 'ਚ ਵੀ ਨਹੀਂ ਸੀ ਲਿਖਦਾ, ਅਤੇ ਲੇਕਿਨ ਲਿਖਦਾ ਸੀਗਾ ਦਵਾਈ ਕੋਈ ਨਾ ਕੋਈ। ਮਰੀਜ਼ ਜਦੋਂ ਆ ਜਾਂਦਾ ਸੀ ਤਾਂ ਕੋਈ ਨਾ ਦਵਾਈ ਲਿਖਦੇ ਸੀ। ਕਈ ਵਾਰੀ ਇਹ ਵੀ ਲੱਗਦਾ ਹੁੰਦਾ ਸੀ ਵੀ ਦਵਾਈ ਦੀ ਲੋੜ ਨਹੀਂ ਹੈ, ਫਿਰ ਵੀ ਇੱਕ ਦੋ ਦਵਾਈਆਂ ਲਿਖ ਦਿੰਦੇ ਸੀ ਵੀ ਮਰੀਜ਼ ਹੁਣ ਆਇਆ ਬੈਠਾ ਤਾਂ ਕੋਈ ਤਾਂ ਦਵਾਈ ਦੇਈਏ। ਨਾਲੇ ਮਾਨਸਿਕਤਾ ਬਣ ਜਾਂਦੀ ਹੈ। ਮਾਨਸਿਕਤਾ, ਹਾਂ, ਮਰੀਜ਼ ਦੀ ਵੀ ਮਾਨਸਿਕਤਾ, ਡਾਕਟਰ ਦੋਨਾਂ ਦੀ ਹੈ। ਮਰੀਜ਼ ਦੀ ਵੀ ਮਾਨਸਿਕਤਾ ਅਤੇ ਡਾਕਟਰ ਦੀ ਵੀ ਮਾਨਸਿਕਤਾ ਹੈ ਕਿ ਵੀ ਦਵਾਈ ਬਣਾ ਕੁਝ ਨਹੀਂ ਹੁੰਦਾ, ਇਹ ਦਵਾਈ ਤਾਂ ਦੇਣੀ ਹੈ। ਲੇਕਿਨ ਬਹੁਤ ਹੌਲੀ ਹੌਲੀ ਇਹ ਸਮਝ ਆਈ ਕਿ ਦਵਾਈ ਦਾ ਰੋਲ ਜਿਹੜਾ ਬਹੁਤ ਥੋੜ੍ਹਾ, ਅਤੇ ਪਰਹੇਜ਼ ਦਾ ਅਤੇ ਡਾਈਟ ਦਾ ਅਤੇ ਹੋਰ ਵੀ ਜਿਹੜਾ ਆਰਟ ਆਫ ਲਿਵਿੰਗ ਹੈ, ਜਿਵੇਂ ਜੀਵਨ ਜਾਂਚ, ਉਹਦਾ ਰੋਲ ਬਹੁਤ ਜ਼ਿਆਦਾ। ਇਹ ਜਿਹੜਾ ਕਿਤੇ ਨਾ ਕਿਤੇ ਵਰਤਾਰਾ ਆਇਆ ਦਵਾਈਆਂ ਵਾਲਾ, ਇਹ ਪਿਛਲੇ 40-50 ਸਾਲ ਦਾ ਵਰਤਾਰਾ ਸਾਰਾ ਇੱਥੇ ਹਿੰਦੁਸਤਾਨ ਦੇ ਅੰਦਰ। ਅਤੇ ਪਹਿਲਾਂ ਤਾਂ ਦਵਾਈ ਹੁੰਦੀ ਵੀ ਨਹੀਂ ਸੀਗੀ, ਬੜੀਆਂ ਆਮ ਜਿਹੀਆਂ ਗੋਲੀਆਂ ਹੁੰਦੀਆਂ ਸੀਗੀਆਂ, ਕੋਈ ਲੈ ਲੈਂਦਾ ਸੀ, ਪਿੰਡ 'ਚੋਂ ਲੈ ਲੈਂਦਾ ਸੀਗਾ, ਨਹੀਂ ਤਾਂ ਕੋਈ ਬਹੁਤੀ ਲੰਬੀ ਚੌੜੀ ਦਵਾਈ ਨਹੀਂ ਸੀ ਹੁੰਦੀ। ਅਤੇ ਹੁਣ ਜਿਹੜੀ ਆਪਾਂ ਦਵਾਈਆਂ ਦੀ ਅਤੇ ਡਾਈਟ ਦੀ ਕੰਪੈਰੀਜ਼ਨ ਹੈ, ਇਹਦੀ ਗੱਲ ਜਿਹੜੀ ਹੈ ਕਿ ਦਵਾਈਆਂ ਕੀ ਨੇ ਅਤੇ ਡਾਈਟ ਕੀ ਆ, ਜਾਂ ਡਾਈਟ ਤੋਂ ਮਤਲਬ ਕਿ ਜੀਵਨ ਜਾਂਚ ਦੇ ਅੰਦਰ ਕਿਹੜੀ ਗੱਲ ਜਿਹੜੀ ਹੈ ਉਹ ਕੀ ਕਰਦੀ ਹੈ। ਅਤੇ ਉਹਦੇ 'ਚ ਜਿਹੜਾ ਆਪਾਂ ਕੰਪੇਅਰ ਕਰਕੇ ਦੇਖੀਏ ਤਾਂ ਦਵਾਈਆਂ ਤੁਸੀਂ ਪਾਓਗੇ ਕਿ ਦਵਾਈਆਂ ਜ਼ਿਆਦਾਤਰ ਜਿਹੜੀਆਂ ਨੇ ਉਹ ਬਹੁਤ ਸਤਹੀ ਪੱਧਰ 'ਤੇ ਕੰਮ ਕਰਦੀਆਂ ਨੇ। ਔਰ ਇਕੱਲਾ ਸਤਹੀ ਪੱਧਰ 'ਤੇ ਕੰਮ ਨਹੀਂ ਕਰਦੀਆਂ, ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਹੁਣ ਰੋਜ਼ ਮਰੀਜ਼ ਆਉਂਦੇ ਆ ਤਾਂ ਉਹ ਆਦੀ ਹੋਏ ਹੁੰਦੇ ਦਵਾਈਆਂ ਦੇ ਆਦੀ ਇਸ ਕਰਕੇ ਹੋ ਜਾਂਦੇ ਆ ਕਿ ਸਰੀਰ ਹਰ ਦਵਾਈ ਨੂੰ, ਹਰ ਕੈਮੀਕਲ ਨੂੰ, ਸਰੀਰ ਕੋਲ ਇੱਕੋ ਹੀ ਭਾਸ਼ਾ ਹੈ। ਜਦੋਂ ਸਰੀਰ 'ਚ ਕੋਈ ਕੈਮੀਕਲ ਗਿਆ ਤਾਂ ਸਰੀਰ ਕੋਲੇ ਭਾਸ਼ਾ, ਸਰੀਰ ਨੇ ਤੁਲਨਾ ਕਿੱਥੇ ਤੱਕੜੀ ਉਹਦੇ ਕੋਲ ਕੀ ਹੈ ਵੀ ਇਹ ਜ਼ਹਿਰ ਹੈ ਕਿ ਅੰਮ੍ਰਿਤ ਹੈ।
ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਸਰੀਰ ਕੋਲ ਹੋਰ ਕੋਈ ਭਾਸ਼ਾ ਨਹੀਂ ਹੈ। ਸਰੀਰ ਕੋਲ ਕੋਈ ਉੱਥੇ ਥੋੜ੍ਹਾ ਲਿਖਿਆ ਹੋਇਆ ਵੀ ਇਹ ਪੈਰਾਸਟਾਮੋਲ ਹੈ ਤੇ ਫਲਾਣੀ ਹੈ ਤੇ ਟਿਮਕੀ ਜੈਸ ਨੂੰ ਦਾ ਕੁਐਸਚਨ ਆ ਉੱਥੇ ਬਸ ਆਨਸਰ। ਹਾਂ ਉੱਥੇ ਤਾਂ ਚਾਹੀਦੀ ਹੈ ਕਿ ਨਹੀਂ ਚਾਹੀਦੀ, ਤਾਂ ਬਾਡੀ ਨੇ ਕਹਤਾ ਵੀ ਨਹੀਂ ਚਾਹੀਦੀ ਤਾਂ ਬਾਡੀ ਫਿਰ ਉਹਦੇ ਖਿਲਾਫ ਪੂਰਾ ਉਹਨੂੰ ਡਿਸਟਰੋਏ ਕਰਨ 'ਚ, ਤਬਾਹ ਕਰਨ 'ਚ, ਗੁਰਦਿਆਂ ਰਾਹੀਂ ਬਾਹਰ ਕੱਢ, ਪਸੀਨੇ ਰਾਹੀਂ ਬਾਹਰ ਕੱਢ। ਮਤਲਬ ਤੁਸੀਂ ਬਹੁਤ ਵਾਰੀ ਨੋਟ ਕੀਤਾ ਉਹਨਾਂ ਦੇ ਘਰ 'ਚ ਬਹੁਤ ਲੰਬੇ ਸਮੇਂ ਤੋਂ ਦਵਾਈਆਂ ਖਾਂਦੇ ਹੋਣ, ਉਹਨਾਂ ਦੇ ਪਸੀਨੇ 'ਚੋਂ ਵੀ ਸਮੈਲ ਆਉਣ ਦਵਾਈਆਂ ਦੀ ਸਮੈਲ ਆਉਣ ਲੱਗ ਜਾਂਦੀ ਹੈ। ਜਿਸ ਤਰ੍ਹਾਂ ਬੀੜੀ ਪੀਣ ਵਾਲੇ ਦੇ ਬੰਦੇ ਦੇ ਸਾਰੇ ਸਰੀਰ 'ਚੋਂ ਬੀੜੀ ਦੀ ਸਮੈਲ ਆਉਣ ਲੱਗ ਜਾਂਦੀ ਹੌਲੀ ਹੌਲੀ, ਇੱਦਾਂ ਹੀ ਦਵਾਈਆਂ ਖਾਣ ਵਾਲੇ ਬੰਦੇ ਦੇ ਸਰੀਰ 'ਚੋਂ ਦਵਾਈਆਂ ਦੀ ਸਮੈਲ ਆਉਣ ਲੱਗ ਜਾਂਦੀ ਹੈ। ਸੋ ਸਰੀਰ ਕਿਉਂ ਕਰਦਾ ਉਹ? ਕਿ ਸਰੀਰ ਨੇ ਗੁਰਦੇ ਰਾਹੀਂ ਕੱਢ ਦੇਣਾ, ਪਸੀਨੇ ਰਾਹੀਂ ਕੱਢ ਦੇਣਾ, ਕੁਛ ਜਿਹੜੀ ਸਾਹ 'ਚੋਂ ਨਿਕਲਣ ਵਾਲੀ ਚੀਜ਼ ਹੈ ਸਾਹ ਰਾਹੀਂ ਕੱਢ ਦੇਣੀ ਹੈ ਦਵਾਈਆਂ ਤਾਂ, ਤੇ ਨਹੀਂ ਤਾਂ ਫਿਰ ਲਿਵਰ ਨੂੰ ਕਹਿਣਾ ਵੀ ਇਹਨੂੰ ਫਟਾਫਟ ਡਿਸਟਰੋਏ ਕਰ। ਲਿਵਰ ਇੱਕੋ ਹੀ ਆਰਗਨ ਹੈ ਜਿਹੜਾ ਕਿ ਉਹਨੂੰ ਜਿਹੜਾ ਉਹ ਖਤਮ ਕਰ ਸਕਦਾ ਜ਼ਹਿਰ ਨੂੰ। ਤਾਂ ਉਹ ਪੂਰੇ ਦਾ ਪੂਰਾ ਸਰੀਰ ਦੇ ਅੰਦਰ ਭਾਜੜਾਂ ਪੈ ਜਾਂਦੀਆਂ ਨੇ ਜਦੋਂ ਕੋਈ ਵੀ ਕੈਮੀਕਲ ਜਾਂਦਾ ਵੀ ਇਹਨੂੰ ਕੱਢੋ ਬਾਹਰ, ਵੀ ਇਹ ਠੀਕ ਨਹੀਂ ਹੈ, ਚਾਹੀਦਾ ਨਹੀਂ ਹੈ। ਕਿਉਂਕਿ ਉਹਦੇ ਅੰਦਰ ਬਹੁਤ ਸਰੀਰ ਬਹੁਤ ਸੈਂਸਿਟਿਵ ਹੁੰਦਾ ਹੈ, ਕੁਦਰਤ ਬੜੀ ਸੈਂਸਿਟਿਵ ਹੁੰਦੀ ਹੈ। ਕਿਉਂਕਿ ਅਗਰ ਕੋਈ ਵੀ ਕੈਮੀਕਲ ਲੰਬਾ ਸਮਾਂ ਸਰੀਰ 'ਚ ਟਿਕੇਗਾ ਤਾਂ ਉਹ ਤੁਹਾਡੇ ਸਾਰੇ ਦੇ ਸਾਰੇ ਢਾਂਚੇ ਨੂੰ ਡਿਸਟਰਬ ਕਰੇਗਾ। ਤੇ ਢਾਂਚੇ ਦੇ ਵਿੱਚ ਕਿਉਂਕਿ ਤੁਹਾਡੇ ਰਿਪਰੋਡਕਟਿਵ ਆਰਗਨਸ ਵੀ ਨੇ, ਤੇ ਕੁਦਰਤ ਬੜੀ ਸੈਂਸਿਟਿਵ ਹੁੰਦੀ ਹੈ ਰਿਪਰੋਡਕਟਿਵ ਆਰਗਨਸ ਬਾਰੇ। ਉਹ ਨਹੀਂ ਚਾਹੁੰਦੀ ਕਿ ਰਿਪਰੋਡਕਟਿਵ ਆਰਗਨ 'ਚ ਕੋਈ ਛੇੜਛਾੜ ਹੋਵੇ, ਕਿਉਂਕਿ ਜਿਹੜੀ ਕੋਈ ਵੀ ਰਿਪਰੋਡਕਟਿਵ ਆਰਗਨ ਦੀ ਛੇੜਛਾੜ ਅਗਲੀ ਪੀੜ੍ਹੀ ਜਾਣੀ ਹੈ। ਤਾਂ ਕੁਦਰਤ ਅਗਲੀ ਪੀੜ੍ਹੀ ਨੂੰ ਬਚਾਉਣ ਲਈ, ਤੁਹਾਡੇ ਰਿਪਰੋਡਕਟਿਵ ਅੰਗਾਂ ਨੂੰ ਬਚਾਉਣ ਲਈ ਪੂਰੀ ਯਤਨਸ਼ੀਲ ਹੁੰਦੀ ਹੈ ਕਿ ਇਹਦੇ ਰਿਪਰੋਡਕਟਿਵ ਅੰਗ ਜਿਹੜੇ ਨੇ, ਜਿਹੜੇ ਸੈੱਲ ਨੇ, ਜਿਹਨੇ ਜਿਸ ਤੋਂ ਬੱਚਾ ਬਣਨਾ ਉਹਦੇ 'ਚ ਕੋਈ ਡਿਸਟਰਬੈਂਸ ਨਾ ਹੋਵੇ। ਲੇਕਿਨ ਅੱਜ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਜਿਸ ਸਟੇਜ 'ਤੇ ਪਹੁੰਚ ਚੁੱਕੇ ਹਾਂ, ਸਾਡਾ ਉਹ ਪਾਰਟ ਵੀ ਜਿਹੜਾ ਜਿਹਦੇ ਬਾਰੇ ਨੇਚਰ ਸਭ ਤੋਂ ਜ਼ਿਆਦਾ ਪ੍ਰੋਟੈਕਟਿਵ ਹੈ ਕਿ ਜਿਹੜਾ ਸ਼ੁਕਰਾਣੂ ਠੀਕ ਬਣ ਜੇ, ਅੰਡਾ ਠੀਕ ਬਣ ਜੇ, ਤਾਂ ਕਿ ਅਗਲੀ ਪੀੜ੍ਹੀ ਜਿਹੜੀ ਆ ਵੀ ਇਹ ਬੰਦਾ ਤਾਂ ਬੇਵਕੂਫ ਹੈ ਹੀ ਹੈ ਵੀ ਉਹ ਕਮ ਸੇ ਕਮ ਅਗਲੀ ਪੀੜ੍ਹੀ ਬਚੀ ਰਹੇ। ਅੱਜ ਸਾਡਾ ਉਹ ਵੀ ਗਿਆ ਕਿਤੇ, ਤੇ ਅਗਲੀ ਪੀੜ੍ਹੀ ਬਚਣ ਵਾਲੇ ਸੈੱਲ ਜਿਹੜੇ ਨੇ ਸਾਡੇ ਬਹੁਤ ਬੁਰੀ ਤਰ੍ਹਾਂ ਦੂਸ਼ਿਤ ਹੋ ਚੁੱਕੇ ਹਨ। ਅਤੇ ਉਹਦਾ ਸਪਸ਼ਟ ਜਿਹੜੇ ਤੁਸੀਂ ਗਿਣਤੀਆਂ ਕਰਦੇ ਹਾਂ, ਪੈਰਾਮੀਟਰ ਗਿਣਦੇ ਹਾਂ, ਤਾਂ ਮੇਲ 'ਚ ਵੀ ਹੋ ਚੁੱਕੇ ਹਨ, ਫੀਮੇਲ 'ਚ ਵੀ ਹੋ ਚੁੱਕੇ ਹਨ। ਤਾਂ ਇਹ ਹਾਲਤ ਇਹ ਪਹੁੰਚ ਚੁੱਕੀ ਹੈ ਦਵਾਈਆਂ ਲੈਂਦੇ ਦੀ। ਤਾਂ ਇਸ ਕਰਕੇ ਜਿਹੜਾ ਦਵਾਈਆਂ ਦਾ ਵਰਤਾਰਾ ਹੈ ਇਹ ਕਿਤੇ ਨਾ ਕਿਤੇ ਪਹਿਲੀ ਗੱਲ ਤਾਂ ਅਲਾਮਤਾਂ ਨੂੰ ਕਲਾ ਦਿਵਾਉਂਦਾ ਹੈ, ਦਰਸ਼ਨ ਕਰਦਾ ਕਿ ਅਲਾਮਤਾਂ ਕੰਟਰੋਲ ਕਰ ਲਓ। ਕੁਦਰਤ ਕੀ ਕਰਦੀ ਹੈ? ਕੁਦਰਤ ਅਲਾਮਤਾਂ ਪੈਦਾ ਕਰਕੇ ਰਾਜੀ ਕਰਦੀ ਹੈ, ਇਹ ਅਲਾਮਤਾਂ ਨੂੰ ਦਬਾ ਦਿੰਦਾ। ਤਾਂ ਕੁਦਰਤ ਰਾਜੀ ਕਰਨ ਦੀ ਪ੍ਰਕਿਰਿਆ ਨੂੰ, ਕੁਦਰਤ ਦੀ ਰਾਜੀ ਕਰਨ ਦੀ ਪ੍ਰਕਿਰਿਆ ਨੂੰ ਦਵਾਈਆਂ ਰੋਕ ਦਿੰਦੀਆਂ ਉਲਟਾ। ਤਾਂ ਉਹ ਕੀ ਹੋਏਗਾ? ਉਹਦਾ ਬਿਮਾਰੀ ਲੰਬੀ ਹੋ ਜਾਏਗੀ ਜਾਂ ਹੋਰ ਉਸ ਤੋਂ ਵੀ ਗਹਿਰੀ ਹੋ ਜਾਏਗੀ। ਤਾਂ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਆਇਆ ਹੈ ਕੈਮੀਕਲ ਬੇਸਡ ਮੈਡੀਸਿਨ ਡਰੱਗਸ ਦਾ, ਜਿਹੜੀਆਂ ਪਹਿਲਾਂ ਦਵਾਈਆਂ ਹੁੰਦੀਆਂ ਸੀਗੀਆਂ ਉਸ ਤੋਂ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਉਹ ਹੁੰਦੀਆਂ ਤਾਂ ਪਲਾਂਟ ਬੇਸਡ ਹੁੰਦੀਆਂ ਸੀ। ਤੁਹਾਨੂੰ ਸਭ ਤੋਂ ਪੁਰਾਣਾ ਮਲੇਰੀਆ ਹੁੰਦਾ ਸੀਗਾ, ਅਤੇ ਮਲੇਰੀਆ ਦੀ ਦਵਾਈ ਹੁੰਦੀ ਸੀ ਉਹ ਸਨਕੋਨਾ ਬਾਰਕ ਤੋਂ, ਸਨਕੋਨਾ ਨਾਂ ਦਾ ਟਰੀ ਸੀਗਾ, ਉਹ ਤਾਂ ਕੁਨੀਨ ਬਣਦੀ ਸੀ। ਉਹਦੀ ਲੱਕੜ ਨੂੰ ਸੁਕਾ ਕੇ ਪਾਊਡਰ ਕਰਕੇ ਪ੍ਰੋਸੈਸ ਕਰਕੇ ਉਹਦੇ ਤੋਂ ਕੁਨੀਨ ਦੀਆਂ ਗੋਲੀਆਂ ਬਣਦੀਆਂ ਹੁੰਦੀਆਂ ਸੀ, ਅਤੇ ਕੁਨੀਨ ਦੀ ਗੋਲੀ ਨਾਲ ਮਲੇਰੀਆ ਦਾ ਟ੍ਰੀਟਮੈਂਟ ਹੁੰਦਾ ਸੀਗਾ। ਬਾਅਦ 'ਚ ਇਹਨਾਂ ਨੇ ਕੁਨੀਨ ਦਾ ਕੈਮੀਕਲ ਬਣਾ ਲਿਆ, ਉਹ ਪੌਦੇ ਦੀ ਲੋੜ ਹੀ ਨਹੀਂ ਹੈ, ਉਹਦਾ ਪੈਰਲਲ ਬਣਾ ਲਿਆ। ਬਾਡੀ ਬੇਫੂਲ ਤਾਂ ਹੋ ਗਈ ਕਿਸੇ ਹੱਦ ਤੱਕ, ਲੇਕਿਨ ਉਹ ਬੇਫੂਲਿੰਗ ਜਿਹੜੀ ਹੈ ਉਹਦੇ ਬਾਡੀ ਨੇ ਉਹਨੂੰ ਜ਼ਹਿਰ ਮੰਨਣਾ ਸ਼ੁਰੂ ਕਰਤਾ। ਉਹ ਕੁਨੀਨ, ਨੈਚੁਰਲ ਕੁਨੀਨ ਨੂੰ ਉਹਨਾਂ ਜ਼ਹਿਰ ਨਹੀਂ ਸੀ ਮੰਨਦੀ, ਉਹਦੇ ਸਾਈਡ ਇਫੈਕਟ ਘੱਟ ਆਉਂਦੇ ਸੀਗੇ, ਲੇਕਿਨ ਜਦੋਂ ਕੈਮੀਕਲ ਕੁਨੀਨ ਆ ਗਈ ਤਾਂ ਉਹਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੋ ਗਏ। ਅਤੇ ਇਸ ਤਰ੍ਹਾਂ ਜਿਹੜੇ ਕੈਮੀਕਲ ਨੇ ਉਹ ਬਾਡੀ ਕੋਲ ਕੋਈ ਇਹੋ ਜਿਹਾ ਪੈਰਾਮੀਟਰ ਨਹੀਂ ਹੁੰਦਾ ਕਿ ਬਾਡੀ ਉਹਨੂੰ ਪਛਾਣ ਲਵੇ ਜੇ ਉਹ ਕੈਮੀਕਲ ਬੇਸਡ ਹੈ। ਜੇ ਪਲਾਂਟ ਬੇਸਡ ਹੈ ਤਾਂ ਫਿਰ ਬਾਡੀ ਨੂੰ ਪਛਾਣਦੀ ਹੈ। ਅਤੇ ਇਸ ਕਰਕੇ ਜਿਹੜੀਆਂ ਪਲਾਂਟ ਬੇਸਡ ਦਵਾਈਆਂ ਸੀਗੀਆਂ ਆਲਟੋਗੇਦਰ ਡਿਫਰੈਂਟ ਸੀਗੀਆਂ, ਅੱਜ ਜਿਹੜੀਆਂ ਕੈਮੀਕਲ ਬੇਸਡ ਦਵਾਈਆਂ ਨੇ ਉਹ ਆਲਟੋਗੇਦਰ ਡਿਫਰੈਂਟ ਹੈ। ਸੋ ਉਹਦੇ ਅੰਦਰ ਜਿਹੜੇ 3-4 ਮੇਜਰ ਨੁਕਸ ਨੇ। ਨੰਬਰ 1 ਕਿ ਉਹ ਸਿੰਪਟਮ ਨੂੰ, ਅਲਾਮਤਾਂ ਨੂੰ ਦਬਾਉਂਦੀਆਂ ਨੇ, ਜੜ੍ਹ 'ਤੇ ਕੰਮ ਨਹੀਂ ਕਰਦੀਆਂ। ਬੁਖਾਰ ਦਵਾਈ ਦੇ ਦਿਓ, ਬੁਖਾਰ ਦਬਾ ਦਿਓ, ਖਾਂਸੀ ਦੇ ਦਿਓ, ਖਾਂਸੀ ਦਬਾ ਦਿਓ, ਛਿੱਕਾਂ ਦੇ ਦਿਓ, ਛਿੱਕਾਂ ਦਬਾ ਦਿਓ, ਕੋਈ ਵੀ ਚੀਜ਼ ਜਿਹੜੀ ਦਰਦ ਦਾ ਤਾਂ ਸਰੀਰਕ ਦਰਦ ਦਾ ਸਰੀਰ ਦਬਾ ਦਿਓ, ਅਤੇ ਮੈਂਟਲ ਪੇਨ ਹੈ ਮੈਂਟਲ ਪੇਨ ਦਬਾ ਦਿਓ। ਜਾ ਕੇ ਟੋਟਲ ਐਂਟੀ ਨੇਚਰ ਹੈ। ਕੁਦਰਤ ਸਿੰਪਟਮ ਪੈਦਾ ਕਰਕੇ ਠੀਕ ਕਰਦੀ ਹੈ ਤਾਂ ਤੁਸੀਂ ਸਿੰਪਟਮ ਦਬਾ ਰਹੇ ਹੋ। ਪਹਿਲਾ ਨੁਕਸ, ਸਭ ਤੋਂ ਵੱਡਾ ਨੁਕਸ ਇਹ ਹੈ। ਨੰਬਰ 2 'ਤੇ ਕੋਈ ਵੀ ਕੈਮੀਕਲ ਜਿਹੜਾ ਜ਼ਹਿਰ ਹੈ ਤਾਂ ਸਰੀਰ ਜਾਂਦਿਆਂ ਸਾਰ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ। ਇਹਦਾ ਮਤਲਬ ਕੀ ਹੈ? ਜਿਵੇਂ ਜਿਵੇਂ ਸਰੀਰ 'ਚੋਂ ਜਾਈ ਜਾਊਗੀ ਦਵਾਈ, ਜਦ ਨਸ਼ਟ ਕਰਨ ਵਾਲਾ ਮੈਕੈਨਿਜ਼ਮ ਹੈ ਉਹ ਸਿਆਣਾ ਹੋ ਜਾਂਦਾ ਅਤੇ ਉਹ ਜਾਣ ਸਾਰ ਦਵਾਈ ਨੂੰ ਬੋਝ ਲੈਂਦਾ। ਤਾਂ ਕੀ ਹੋਊਗਾ ਕਿ ਉਹਦੀ ਡੋਜ਼ ਵਧੀ ਜਾਊਗੀ। ਪੈਰਾਸਟਾਮੋਲ ਦੀ ਕਲਾਸੀਕਲ ਉਦਾਹਰਨ ਹੈ। ਜਦੋਂ ਮੈਂ MBBS ਕੀਤੀ ਤਾਂ ਪੈਰਾਸਟਾਮੋਲ 325 ਹੁੰਦੀ ਸੀ, ਕਰੋਸਿਨ 325 ਹੁੰਦੀ ਸੀ, ਅੱਜ 650 ਡਬਲ ਹੋ ਗਈ। 40 ਸਾਲਾਂ 'ਚ
ਕਰੋਸਿਨ ਦੀ ਦਵਾਈ ਡਬਲ ਕਿਉਂ ਹੋ ਗਈ? ਕਿਉਂਕਿ ਸਾਡੇ ਸਰੀਰਾਂ ਨੇ ਸਿੱਖ ਲਿਆ ਕਿ ਇਹ ਦਵਾਈ ਬੜੀ ਵਾਹੀਆਤ ਹੈ, ਇਹਨੂੰ ਹੁਣ ਸਾਰੀ ਤਬਾਹ ਕਰ ਦਿਓ। ਤਾਂ 325 ਮਿਲੀਗ੍ਰਾਮ ਉਹਦਾ ਜਾਂਦੇ ਜਾਣ ਸਾਰ ਬੋਡੀ ਚੱਕਿਓ ਮਰਦੀ ਹੈ ਪਹਿਲੇ ਘੰਟੇ 'ਚ ਹੀ, ਤੇ ਬਾਕੀ ਜਿਹੜੀ ਬਚ ਜਾਂਦੀ ਉਹ 5-6 ਘੰਟੇ ਕੰਮ ਜਿਹੜੀ ਉਹਦੀ ਕਪੈਸਿਟੀ ਤੋਂ ਬਾਹਰ ਨਿਕਲ ਗਈ, ਉਹਦੀ ਤਬਾਹ ਕਰਨ ਦੀ ਕਪੈਸਿਟੀ ਤੋਂ ਉੱਪਰ ਨਿਕਲ ਗਈ, ਉਹ 325 ਗ੍ਰਾਮ ਬਚਦੀ ਜਿਹੜੀ 5-6 ਘੰਟੇ 'ਚ ਉਹ ਵੀ ਕੱਢ ਦਿੰਦਾ ਸਰੀਰ। ਤਾਂ 6 ਘੰਟੇ 7 ਘੰਟੇ ਸਾਰੀ ਕੱਢ ਦਿੰਦਾ, ਕੱਢ ਕੇ ਬਾਹਰ ਮਾਰਦਾ। ਜਦੋਂ ਬਾਹਰ ਕੱਢਦਾ ਤਾਂ ਕੀ ਹੋਏਗਾ? ਜਦੋਂ ਕਿਸੇ ਦਵਾਈ ਨੂੰ ਬਾਹਰ ਕੱਢੋਗੇ, ਕਿੱਥੋਂ ਕੱਢੋਗੇ? ਪਸੀਨੇ 'ਚੋਂ ਕੱਢੋਗੇ, ਫੇਫੜਿਆਂ 'ਚੋਂ ਕੱਢੋਗੇ, ਗੁਰਦੇ 'ਚੋਂ ਕੱਢੋਗੇ, ਜਾਂ ਲੀਵਰ ਨੂੰ ਦੇ ਦੋਗੇ? ਚਾਰ ਅੰਗਾਂ ਨੂੰ ਦਿਓਗੇ। ਤੁਸੀਂ ਪਾਓ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ ਕਿ ਚਾਰਾਂ ਅੰਗਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ। ਚਾਰਾਂ ਅੰਗਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ। ਗੁਰਦੇ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ, ਲਿਵਰ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ, ਚਮੜੀ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ, ਤੇ ਸਾਹ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ। ਕਿਉਂ? ਕਿਉਂਕਿ ਜਿੰਨੇ ਜ਼ਹਿਰ ਸਰੀਰ 'ਚ ਜਾਣੇ ਆ ਉਹਨਾਂ ਦੇ ਬਾਹਰ ਨਿਕਲਣ ਦਾ ਤਰੀਕਾ ਪੰਜਵਾਂ ਹੈ ਲੈਟਰਨ। ਉਹਦੇ ਅੰਤੜੀ ਦੀਆਂ ਬਿਮਾਰੀਆਂ ਵੱਧ ਰਹੀਆਂ। ਸੋ 5 ਰਸਤਿਆਂ ਰਾਹੀਂ ਜ਼ਹਿਰ ਬਾਹਰ ਨਿਕਲਦੇ ਆ, 5 ਰਸਤਿਆਂ ਦੀ ਬਿਮਾਰੀਆਂ ਵੱਧ ਰਹੀਆਂ। ਕਿਉਂ? ਕਿਉਂਕਿ ਜ਼ਹਿਰ ਜਦੋਂ ਬਾਹਰ ਕੱਢੇਗੀ, ਜਦੋਂ ਕੁਦਰਤ ਨੇ ਬਾਹਰ ਕੱਢਣਾ ਹੈ ਤਾਂ ਉਹ ਅੰਗ ਦਾ ਮਾਰਚ ਆ ਗਿਆ ਨਾ। ਜਿਹੜੀ ਚੀਜ਼ ਲੈਟਰ ਰਾਹੀਂ ਬਾਹਰ ਨਿਕਲ ਗਈ ਹੈ, ਬੰਤੜੀਆਂ ਮਾਰਚ ਆ ਗਈਆਂ। ਫੇਫੜਿਆਂ ਰਾਹੀਂ ਬਾਹਰ ਨਿਕਲੀ, ਫੇਫੜੇ ਮਾਰਚ ਆ ਗਏ। ਚਮੜੀ ਰਾਹੀਂ ਬਾਹਰ ਨਿਕਲੀ, ਚਮੜੀ ਮਾਰਚ ਆ ਗਈ। ਗੁਰਦੇ ਰਾਹੀਂ ਨਿਕਲਿਆ, ਗੁਰਦੇ ਮਾਰਚ ਆ ਗਏ। ਲਿਵਰ ਨੂੰ ਤੇ ਤੁਸੀਂ ਬੋਝ ਪਾਈ ਜਾ ਰਹੇ ਹੋ, ਆਹ ਵੀ ਕਰ ਤੂੰ ਆਹ ਵੀ, ਇਹਨੂੰ ਵੀ ਸਿੱਟਾਇਆ ਕਰ, ਤੂੰ ਇਹਨੂੰ ਵੀ ਕਰ, ਤੂੰ ਇਹਨੂੰ ਕੀ ਕਰੂਗਾ ਵਿਚਾਰਾ? ਉਹਦੀ ਸੀਮਾ ਹੈ, ਉਹ ਬਿਮਾਰ ਹੋ ਜਾਏਗਾ। ਤਾਂ ਇਹਦਾ ਕੀ ਜਿਹੜੀਆਂ ਬਿਮਾਰੀਆਂ ਨੇ ਉਲਟਾ ਟੌਕਸਿਟੀ ਫੌਰੀ ਹੋ ਗਈ, ਇੱਕ ਤਾਂ ਰਿਐਕਸ਼ਨਸ ਹੋ ਗਏ। ਅੱਜ ਦੁਨੀਆ ਦੇ ਅੰਦਰ ਕਿਸੇ ਮੁਲਕ 'ਚ ਤੀਜਾ ਤੇ ਕਿਸੇ ਮੁਲਕ 'ਚ ਚੌਥਾ ਸਭ ਤੋਂ ਵੱਡਾ ਕਾਰਨ ਮੌਤਾਂ ਦਾ ਡਰੱਗ ਰਿਐਕਸ਼ਨਸ ਨੇ। ਸਭ ਤੋਂ ਪਹਿਲਾ ਕਾਰਨ ਹੈ ਹਾਰਟ ਅਟੈਕ, ਨੰਬਰ 2 ਦੇ ਕਾਰਨ ਹੈ ਬ੍ਰੇਨ ਅਟੈਕ, ਨੰਬਰ 3 ਤੇ ਕਾਰਨ ਕੈਂਸਰ, ਤੇ ਚੌਥਾ ਕਾਰਨ ਜਿਹੜਾ ਉਹ ਹੈਗਾ ਡਰੱਗ ਰਿਐਕਸ਼ਨਸ। ਯਾਨੀ ਕਿ ਦਵਾਈਆਂ ਕਰਕੇ ਬੰਦੇ ਮਰ ਰਹੇ ਆ। ਕਿੰਨੇ? ਲੱਖਾਂ ਬੰਦੇ, ਹਜ਼ਾਰਾਂ ਨਹੀਂ, ਲੱਖਾਂ ਬੰਦੇ ਪੂਰੀ ਦੁਨੀਆ 'ਚ ਦਵਾਈਆਂ ਦੇ ਰਿਐਕਸ਼ਨ ਕਰਕੇ ਮਰ ਰਹੇ ਆ। ਉਹ ਤਾਂ ਇੱਕ ਬਿਮਾਰੀ ਦਾ ਰੌਲਾ ਪੈ ਗਿਆ ਵੀ ਇੰਨੇ ਮਰ ਗਏ, ਇੰਨੇ ਮਰ ਗਏ। ਜਿਹੜੇ ਦਵਾਈਆਂ ਨਾਲ ਇੰਨੇ ਮਰ ਰਹੇ ਆ ਉਹਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਹੈ। ਤਾਂ ਇਹ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਦਵਾਈਆਂ ਦਾ, ਇਹ ਜਿਹੜਾ ਪਿਓਰ ਕਮਰਸ 'ਚੋਂ ਨਿਕਲਿਆ, ਅਤੇ ਉਹਦੇ 'ਚ ਜਿਹੜਾ ਫਿਰ ਅਲਟੀਮੇਟਲੀ ਜਿਹੜੀ ਤਬਾਹੀ ਹੋ ਰਹੀ ਹੈ ਉਹ ਹਰ ਕਿਸਮ ਦੀ ਹੋ ਰਹੀ ਹੈ। ਆਰਥਿਕ ਤੌਰ 'ਤੇ ਮਹਿੰਗੀਆਂ ਬਹੁਤ ਨੇ, ਜ਼ਹਿਰ ਨੇ ਹਰ ਕਿਸਮ ਦੇ ਸਿੰਪਟਮ ਨੂੰ ਦਵਾ ਦਿੰਦੀਆਂ ਨੇ, ਐਂਟੀ ਨੇਚਰ ਨੇ, ਤੁਹਾਨੂੰ ਕਿਉਰ ਨਹੀਂ ਹੋਣ ਦਿੰਦੀਆਂ, ਜੜ੍ਹ 'ਤੇ ਕੋਈ ਕੰਮ ਨਹੀਂ ਕਰਦੀਆਂ। ਜੜ੍ਹ 'ਤੇ ਕੰਮ ਕਰਨ ਵਾਲੀ ਦਵਾਈ ਕੋਈ ਹੈ ਨਹੀਂ ਗੀ। ਜਾਂ ਫਿਰ ਐਂਟੀਬਾਇਓਟਿਕ ਦੇ ਦੋਗੇ ਤਾਂ ਤੁਹਾਡੇ ਬੈਕਟੀਰੀਆ ਨੂੰ ਦੱਬ ਲਏਗਾ, ਤੁਹਾਡੇ ਜਿਹੜੇ ਗੱਟ ਉਹ ਤੁਹਾਡੇ ਦੋਸਤ ਨੇ। ਤੁਸੀਂ ਹਰ ਬਿਮਾਰੀ 'ਚ ਐਂਟੀਬਾਇਓਟਿਕ ਠੁੱਕੀ ਜਾਂਦੇ ਆ, ਲੋੜ ਹੈ ਨਹੀਂ ਹੋਇਆ। ਜ਼ੁਕਾਮ 'ਚ ਵੀ ਐਂਟੀਬਾਇਓਟਿਕ, ਵਾਇਰਲ ਫੀਵਰ ਨੇ ਉਹ 'ਚ ਐਂਟੀਬਾਇਓਟਿਕ ਦਾ ਕਿਆ ਰੋਲ ਹੈ, ਲੇਕਿਨ ਉਹ ਐਂਟੀਬਾਇਓਟਿਕ। ਤਾਂ ਉਹਦਾ ਮਿਸਯੂਜ਼, ਦੁਰਵਰਤੋਂ ਔਰ ਐਸਾ ਇੰਨੀ ਜ਼ਿਆਦਾ ਹੈ ਕਿ ਜਿਹੜਾ ਸਾਨੂੰ ਅਲਟੀਮੇਟਲੀ ਮਤਲਬ ਹੁਣ ਇੰਨੀ ਜ਼ਿਆਦਾ ਖਿਝ ਆਉਣ ਲੱਗ ਗਈ ਕਿ ਇੰਨੇ ਜ਼ਿਆਦਾ ਨੁਕਸਾਨ ਕਰਕੇ ਤਾਂ ਤੁਸੀਂ ਅਲਟੀਮੇਟਲੀ ਬੰਦ ਕਰਤਾ, ਦਵਾਈਆਂ ਲਿਖਣੀਆਂ ਬੰਦ ਕਰਤੀਆਂ ਵੀ ਇਹਦੇ ਨਾਲ ਤਾਂ ਦਵਾਈ ਨਾ ਲਿਖੋ, ਬਾਕੀ ਤਰੀਕੇ ਨੂੰ ਅਡਾਪਟ ਕਰੋ। ਜਦੋਂ ਅਡਾਪਟ ਕਰਦੇ ਪਿਛਲੇ 2-3-4 ਸਾਲਾਂ 'ਚ ਹੁਣ ਐਸੀ ਮਹਾਰਤ ਹੋ ਗਈ ਕਿ ਕਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ। ਹੁਣ ਤਾਂ ਕਦੀ ਮਰੀਜ਼ ਆ ਜਾਂਦੇ ਆ, ਕਦੀ ਐਵੇਂ ਨਹੀਂ ਲੱਗਦਾ ਵੀ ਦਵਾਈ ਲਿਖਣੀ ਜ਼ਰੂਰੀ ਹੈ। ਕਿਤੇ ਕੋਈ ਬਹੁਤ ਹੀ ਤੰਗ ਹੁੰਦਾ ਤਾਂ ਉਹਨੂੰ ਕਹੀਦਾ ਭਾਈ ਵੀ ਆਹ ਦਵਾਈ SOS ਖਾ ਲਈ, ਯਾਨੀ ਕਿ ਜੇ ਦਰਦ ਬਹੁਤ ਜ਼ਿਆਦਾ ਹੋਵੇ, ਨਾ ਹੀ ਸਹਿ ਹੋਵੇ ਤਾਂ ਖਾ ਲਈ, ਨੀਂਦ ਬਿਲਕੁਲ ਹੀ ਨਾ ਆਵੇ ਤਾਂ ਖਾ ਲਈ, ਪਰ ਕਦੀ ਕਿਤੇ ਹੀ ਖਾਈ, ਘੱਟ ਤੋਂ ਘੱਟ ਖਾਈ, ਕਿਉਂਕਿ ਇੱਕ ਤਾਂ ਆਦਤ ਪੈ ਜੂਗੀ। ਹੁਣ ਹੈਬਿਟ ਫਾਰਮਿੰਗ ਬਹੁਤ ਨੇ। ਹੁਣ ਤੁਸੀਂ ਫਿਜ਼ੀਕਲ ਪੇਨ ਕਿਲਰ ਬੰਦੇ ਨੂੰ ਹਫ਼ਤਾ ਦੇ ਦਿਓ, 8ਵੇਂ ਦਿਨ ਬੰਦੇ ਦਾ ਸਰੀਰ ਮੰਗਣ ਲੱਗ ਜਾਂਦਾ। ਮੰਗ ਕਿਉਂ ਰਿਹਾ? ਇਹ ਨਹੀਂ ਮੇਰੇ ਕੋਲ ਤਕਲੀਫ ਹੈ, ਮੰਗ ਇਸ ਕਰਕੇ ਰਿਹਾ ਕਿ 7 ਦਿਨ ਬਾਅਦ ਤੇ ਜੋ ਉਹਨੂੰ ਆਦਤ ਪੈ ਗਈ, ਹੈਬਿਟ ਫਾਰਮੇਸ਼ਨ ਹੋ ਗਈ, ਸਰੀਰ ਮੰਗਦਾ। ਚਾਹੇ ਫਿਜ਼ੀਕਲ ਪੇਨ ਕਿਲਰ ਨੇ, ਚਾਹੇ ਮੈਂਟਲ ਪੇਨ ਕਿਲਰ ਨੇ। ਤੁਸੀਂ ਨੀਂਦ ਦੀ ਦਵਾਈ 4 ਦਿਨ ਖਾ ਲਓ, 5ਵੇਂ ਦਿਨ ਸਰੀਰ ਨੀਂਦ ਨਹੀਂ ਆਉਂਦੀ। ਪੇਨ ਕਿਲਰ ਦਾ ਹਫ਼ਤਾ ਖਾ ਲਓ, 8ਵੇਂ ਦਿਨ ਤੁਹਾਡੀ ਪੇਨ ਇਸ ਕਰਕੇ ਹੁੰਦੀ ਹੈ ਕਿ ਤੁਹਾਡਾ ਦਵਾਈ ਨਹੀਂ ਮਿਲੀ, ਤੁਹਾਨੂੰ ਗੋਲੀ ਨਹੀਂ ਮਿਲੀ। ਤਾਂ ਇਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਐਡੇ ਮਾੜੇ ਇਫੈਕਟ ਨੇ ਕਿ ਇਹਨਾਂ ਦਾ ਜਿਹੜਾ ਬਦਲ ਹੈ ਬਹੁਤ ਹੀ ਵਧੀਆ ਹੋ ਗਿਆ। ਪਹਿਲਾਂ ਬਦਲ ਕੁਦਰਤੀ ਸੀਗਾ, ਅਤੇ ਹੁਣ ਫਿਰ ਕਿਉਂਕਿ ਪੂਰੀ ਦੁਨੀਆ ਦੇ ਅੰਦਰ ਇਹ ਵਰਤਾਰਾ ਵਾਪਰਿਆ ਤਾਂ ਲੋਕਾਂ ਨੇ ਇੱਕ ਦੂਜੇ ਨਾਲ ਸ਼ੇਅਰ ਕੀਤੀਆਂ ਆਪਣੇ ਐਕਸਪੀਰੀਅੰਸ ਦੇ ਤਜਰਬੇ। ਅੱਜ ਸਾਨੂੰ ਇਹ ਵੀ ਪਤਾ ਵੀ ਅਮਰੀਕਾ 'ਚ ਫਲਾਣੀ ਬਿਮਾਰੀ 'ਚ ਕਿਹੜੀ ਕੁਦਰਤੀ ਇਲਾਜ ਵਰਤ ਰਹੇ ਆ। ਅਮਰੀਕਾ ਵਾਲਿਆਂ ਨੂੰ ਪਤਾ ਅਸੀਂ ਕੀ ਵਰਤ ਰਹੇ ਹਾਂ, ਕਿਉਂਕਿ ਨੈੱਟ 'ਚ ਪਾ ਰਹੇ ਹਾਂ ਅਸੀਂ, ਉਹ ਨੈੱਟ ਸਭ ਨੂੰ ਅਵੇਲੇਬਲ ਹੈ। ਤਾਂ ਅੱਜ ਜਿਹੜੀ ਅਸੀਂ ਖੁਸ਼ਕਿਸਮਤ ਹਾਂ
ਕਿ ਜੋ ਸਾਡੇ ਅੰਦਰ ਕੁਦਰਤੀ ਇਲਾਜ ਪ੍ਰਣਾਲੀ ਸੀਗੀ, ਜਿਹੜੀ ਕਿ ਪਹਿਲਾਂ ਆਪੋ ਆਪਣੇ ਖੇਤਰੀ ਸੀਗੀ, ਕਿ ਇੰਡੀਆ 'ਚ ਕੋਈ ਚੀਜ਼ ਸੀਗੀ ਤਾਂ ਉੱਥੇ ਹੀ ਪਈ ਰਹਿੰਦੀ ਸੀ, ਚੀਨ 'ਚ ਉੱਥੇ ਹੀ ਪਈ ਰਹਿੰਦੀ ਸੀ। ਚੀਨ ਤਾਂ ਖੈਰ ਚਲੋ ਹੁਣ ਵੀ ਅਜੇ ਕੱਟ ਆਫ ਜਾਈ ਹੈ, ਚੀਨ ਦੀਆਂ ਗੱਲਾਂ ਬਹੁਤੀਆਂ ਪਤਾ ਨਹੀਂ ਲੱਗਦੀਆਂ, ਲੇਕਿਨ ਬਾਕੀ ਦੁਨੀਆ ਲਗਭਗ ਚੀਨ ਨੂੰ ਛੱਡ ਕੇ ਤਾਂ ਬਾਕੀ ਦੁਨੀਆ ਲਗਭਗ ਸ਼ੇਅਰ ਕਰਦੀ ਹੈ ਨੌਲੇਜ, ਅਤੇ ਉਹ ਸ਼ੇਅਰ ਕਰਨ ਕਰਕੇ ਉਹਦਾ ਚੰਗਾ ਪ੍ਰਭਾਵ ਹੈ ਕਿ ਕੋਈ ਵੀ ਕੁਦਰਤੀ ਇਲਾਜ ਪ੍ਰਣਾਲੀ ਦੀ ਚੀਜ਼ ਹੁੰਦੀ ਹੈ ਕਿਸੇ ਦੁਨੀਆ ਦੇ ਕੰਟਰੀ 'ਚ ਵਰਤੀ ਜਾਂਦੀ ਹੈ। ਹੁਣ ਅਸੀਂ ਕਿੰਨੇ ਲੋਕ ਅਮਰੀਕਾ 'ਚ ਕੰਮ ਕਰ ਰਹੇ ਹਾਂ, ਉਹਨਾਂ ਤੋਂ ਸਿੱਖ ਰਹੇ ਹਾਂ, ਕੋਈ ਇੰਗਲੈਂਡ 'ਚ ਕੰਮ ਕਰ ਰਿਹਾ ਉਹ ਤੋਂ ਸਿੱਖ ਰਹੇ ਹਾਂ। ਪੂਰੀ ਦੁਨੀਆ ਦਾ ਨੌਲੇਜ ਅਸੀਂ ਕਰ ਕਰਕੇ ਫਿਰ ਉਹਨੂੰ ਸਿੰਪਲੀਫਾਈ ਜਿਹਾ ਕਰ ਲਿਆ ਅਤੇ ਹੁਣ ਅਸੀਂ ਲਾਗੂ ਕਰ ਰਹੇ ਹਾਂ। ਤੁਸੀਂ ਦੇਖਦੇ ਹੋ ਕਿੰਨੇ ਲੋਕ ਆਉਂਦੇ ਆ, ਪੂਰੇ ਸਾਰੇ ਵਧੀਆ ਠੀਕ ਹੋ ਰਹੇ ਆ। ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਇੱਕ ਬਿਮਾਰੀ ਨਾਲ ਕਿੰਨੇ ਲੋਕੀ ਮਰ ਰਹੇ ਨੇ ਅਤੇ ਉਹਦਾ ਰੌਲਾ ਪੈ ਗਿਆ, ਅਤੇ ਬਾਕੀ ਦੀਆਂ ਬਿਮਾਰੀਆਂ ਨਾਲ ਕਿੰਨੀ ਦੁਨੀਆ ਲੱਖਾਂ ਦੁਨੀਆ ਮਰ ਰਹੀ ਹੈ ਅਤੇ ਉਹਦੇ ਬਾਰੇ ਕੋਈ ਬੋਲਦਾ ਨਹੀਂ। ਅੰਮ੍ਰਿਤਾ ਪ੍ਰੀਤਮ ਦੀ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਸੁੱਟੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਅਤੇ ਅੱਜ ਲੱਖਾਂ ਹੀ ਲੋਕੀ ਮਰ ਰਹੇ ਨੇ, ਪਰ ਇਹਦੇ ਬਾਵਜੂਦ ਵੀ ਜਿਹੜਾ ਕੋਈ ਨਹੀਂ ਬੋਲ ਰਿਹਾ, ਕਿਉਂਕਿ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਮਾਰ ਰਹੀਆਂ ਨੇ, ਦਵਾਈਆਂ ਉਹਨਾਂ ਨੂੰ ਮਾਰ ਰਹੀਆਂ ਨੇ। ਪਰ ਆਪਾਂ ਇੱਥੇ ਸਵਾਲ ਇੱਥੇ ਪੈਦਾ ਹੁੰਦਾ ਕਿ ਕਿਹੜੀਆਂ ਦਵਾਈਆਂ? ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਪੈਰਾਸੀਟਾਮੋਲ ਦੀ, ਪੈਰਾਸੀਟਾਮੋਲ 325 ਤੋਂ ਅੱਜ 650 ਹੋ ਗਈ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਦਵਾਈਆਂ ਦੀ ਡੋਜ਼ਾਂ ਜਿਹੜੀਆਂ ਹੋਈਆਂ ਵਧੀਆਂ ਨੇ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੇ ਆਪਾਂ ਨੰਬਰ ਵਾਈਜ਼ ਕਰੀਏ ਸੈੱਟ, ਸਭ ਤੋਂ ਘਾਤਕ ਜਿਹੜੀਆਂ ਡੋਜ਼ ਨੇ, ਕਿਉਂਕਿ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ, ਜਿਵੇਂ ਆਪਾਂ ਗੱਲ ਕਰਦੇ ਹਾਂ ਸਟੀਰੋਇਡ ਦੀ, ਇੱਕ ਵਾਰੀ ਆਪਾਂ ਪਿੱਛੇ ਸਟੀਰੋਇਡਸ ਦੀ ਵੀ ਗੱਲ ਕੀਤੀ ਸੀ। ਇਸ ਤੋਂ ਬਾਅਦ ਜਿਹੜਾ ਐਂਟੀਬਾਇਓਟਿਕ, ਕਿਹੜੀਆਂ ਦਵਾਈਆਂ ਜਿਹੜੀਆਂ ਨੇ ਆਪਾਂ ਨੰਬਰ ਕੀਤਾ ਜਾਵੇ, ਸੀਰੀਅਲ ਵਾਈਜ਼ ਕੀਤਾ ਜਾਵੇ, ਤਾਂ ਕਿਹੜੀਆਂ ਦਵਾਈਆਂ ਜਿਹੜੀਆਂ ਨੇ ਉਹ ਵੱਧ ਮਾਰ ਕਰਦੀਆਂ ਜਾ ਰਹੀਆਂ ਨੇ? ਵੈਸੇ ਕੁਲਵੰਤ ਜੀ ਜਿਹੜਾ ਦਵਾਈਆਂ ਦਾ ਵਰਤਾਰਾ ਇੰਨਾ ਜ਼ਿਆਦਾ ਹੋ ਗਿਆ ਨਾ ਕਿ ਹੁਣ ਤਾਂ ਮਾਰੂ ਬਿਮਾਰੀਆਂ ਦੀ ਜਿਹੜੀਆਂ ਦਵਾਈਆਂ ਨੇ, ਮਾਰੂ ਦਵਾਈਆਂ ਦੀ ਲਿਸਟ ਲੰਬੀ ਚੌੜੀ ਹੋ ਗਈ ਬਹੁਤ। ਉਦਾਹਰਨ ਦੇ ਤੌਰ 'ਤੇ ਆਪਾਂ ਲਈਏ ਫਿਜ਼ੀਕਲ ਪੇਨ ਕਿਲਰਸ, ਬਹੁਤ ਦੁਰਵਰਤੋਂ ਹੈ। ਸਰੀਰਕ ਦਰਦਾਂ ਦੀ ਜਿਹੜੀ ਅਸੀਂ ਖਾਂਦੇ ਹਾਂ ਦਵਾਈਆਂ, ਐਡੀ ਜ਼ਿਆਦਾ ਦੁਰਵਰਤੋਂ। ਤੁਸੀਂ ਬੱਸਾਂ ਦੇ ਅੰਦਰ ਵੀ ਉਹ ਤੁਸੀਂ ਦੇਖਿਆ ਹੋਣਾ, ਹਰੇ ਪੱਤੇ ਵਾਲੀਆਂ ਗੋਲੀਆਂ ਵੇਚਦੇ, ਡਿਕਲੋਫੈਨਿਕ 5 ਰੁਪਏ ਦਾ, 10 ਰੁਪਏ ਦਾ ਪੱਤਾ ਵੇਚਦੇ ਹੋ। ਹੁਣ ਤੁਸੀਂ ਇਮੈਜਿਨ ਕਰੋ ਵੀ ਡਿਕਲੋਫੈਨਿਕ ਜਿਹੜੀ ਹੈ ਉਹ ਡੰਗਰਾਂ 'ਚ ਤਾਂ ਬੈਂਡ ਹੈ, ਡੰਗਰਾਂ 'ਚ ਬੈਨ ਕੀਤੀ ਹੋਈ ਹੈ, ਇਨਸਾਨਾਂ ਨਹੀਂ ਹੈ। ਕਿਉਂ? ਉਹ ਕਹਿੰਦੇ ਜਿਹੜੀ ਸਟੱਡੀ ਹੋਈ ਸੀ ਉਹ ਤਾਂ ਡੰਗਰਾਂ 'ਚ ਹੋਈ ਸੀ ਵੀ ਉਹਦੇ ਗੁਰਦੇ ਖਰਾਬ ਕਰਦੀ ਹੈ ਜਾਂ ਫਲਾਣਾ ਕਰਦੀ ਹੈ, ਤਾਂ ਬੰਦਿਆਂ 'ਚ ਤਾਂ ਨਹੀਂ ਹੋਈ। ਹੁਣ ਡੰਗਰ ਤੇ ਬੰਦੇ ਦੇ ਸਰੀਰ 'ਚ ਕਿੰਨਾ ਫਰਕ ਹੈ? ਨਾਲੇ ਡੰਗਰ ਦਾ ਗੁਰਦਾ ਤਾਂ ਜ਼ਿਆਦਾ ਮਤਲਬ ਤਾਕਤਵਰ ਹੋਏਗਾ ਬੰਦੇ ਨੂੰ, ਜ਼ਿਆਦਾ ਨਾ ਵੀ ਹੋਵੇ ਮੈਂ ਕਹਿੰਦਾ, ਪਰ ਸਰੀਰ ਤਾਂ ਇੱਕੋ ਜਿਹਾ ਹੀ ਹੈ ਨਾ। ਮੈਮਲਸ ਨੇ, ਦੁਧਾਰੂ ਜਾਨਵਰ ਜਿਹੜਾ ਹੈਗਾ ਉਹਦਾ ਦਾ ਸਰੀਰ ਅੰਦਰੋਂ ਲਗਭਗ ਇੱਕੋ ਜਿਹਾ ਹੁੰਦਾ ਹੈ। ਤਾਂ ਹੀ ਚੂਹਿਆਂ 'ਤੇ ਰਿਸਰਚ ਕਰਦੇ ਨਾ ਆਪਾਂ। ਚੂਹਿਆਂ 'ਤੇ ਰਿਸਰਚ ਕਿਉਂ ਕਰਦੇ? ਕੋਈ ਚੂਹੇ ਦਾ ਜਿਹੜਾ ਸਰੀਰ ਹੈ ਮਨੁੱਖ ਵਰਗਾ, ਚੂਹੇ 'ਤੇ ਰਿਸਰਚ ਹੁੰਦੀ ਹੈ ਤਾਂ ਕਿ ਉਹ ਕਹਿੰਦੇ ਚੂਹੇ ਜਿਹੜੀ ਚੀਜ਼ ਠੀਕ ਹੋਊਗੀ ਲਗਭਗ ਮਨੁੱਖ 'ਤੇ ਲਾਗੂ ਹੋ ਜਾਂਦੀ ਹੈ। ਤਾਂ ਇਸ ਕਰਕੇ ਜਿਹੜਾ ਇਹ ਵਰਤਾਰਾ ਹੈ ਫਿਜ਼ੀਕਲ ਪੇਨ ਕਿਲਰਸ ਦਾ, ਫਿਜ਼ੀਕਲ ਪੇਨ ਕਿਲਰ ਜਿਹੜੇ ਨੇ, ਆਪਾਂ ਗੱਲ ਹੋਈ ਸੀ ਕਿ ਹੈਬਿਟ ਫਾਰਮਿੰਗ ਨੇ ਬਹੁਤ ਜ਼ਿਆਦਾ, ਦੂਜੀ ਗੱਲ ਟੌਕਸਿਕ ਨੇ ਬਹੁਤ ਜ਼ਿਆਦਾ, ਪੇਟ ਖਰਾਬ ਕਰਦੇ ਆ ਔਰ 50 ਕਿਸਮ ਦੀਆਂ ਹੋਰ ਬਿਮਾਰੀਆਂ ਕਰਦੇ ਆ। ਉਸ ਤੋਂ ਬਾਅਦ ਆ ਗਿਆ ਮੈਂਟਲ ਪੇਨ ਕਿਲਰਸ, ਟ੍ਰੈਂਕੁਲਾਈਜ਼ਰ ਤੇ ਐਂਟੀਡਿਪਰੈਸੈਂਟ, ਟੈਰੀਬਲ, ਬਹੁਤ ਬੁਰਾ ਹਾਲਤ ਹੈ, ਬਹੁਤ ਬੁਰੀ ਹਾਲਤ ਹੈ। ਇਹਨਾਂ ਲੋਕਾਂ ਨੂੰ ਖੱਬਾ 6 ਦਵਾਈਆਂ ਪਾ ਰੱਖੀਆਂ, 5 ਦਵਾਈਆਂ ਪਾ ਰੱਖੀਆਂ ਨੇ, ਲੋਕ ਆਦੀ ਨੇ ਖਾਈ ਜਾਂਦੇ ਆ, ਉਹ ਖਾ ਕੇ ਬੋਲੇ ਜਾਂ ਫਿਰੀ ਜਾਂਦੇ ਦਿਨ 'ਚ ਵੀ। ਕੁਦਰਤੀ ਗੱਲ ਜਿਹੜਾ ਤਿੰਨ ਦਵਾਈਆਂ ਖਾ ਰਿਹਾ ਮੈਂਟਲ ਪੇਨ ਜਿਹੜੇ ਹੋਣੇ, ਉਹਦੀ ਕੋਈ ਡਿਪਰੈਸ਼ਨ ਵਾਲੀ ਹੈ ਵਿੱਚ, ਕੋਈ ਐਂਗਜ਼ਾਇਟੀ ਵਾਲੀ, ਕੁਛ ਮਿਕਸ ਜਿਹਾ ਹੋਇਆ ਵਾ, ਉਹ ਬੰਦਾ ਹੁਣ ਉਹਦੇ ਜੇ ਬੰਦੇ ਦਾ 100% ਅਲਰਟ ਜਿਉਣਾ ਚਾਹੀਦਾ ਤਾਂ ਉਹ 100 ਦੀ ਬਜਾਏ ਕੋਈ 70% ਜਿਉ ਰਿਹਾ, ਕੋਈ 60% ਜਿਉ ਰਿਹਾ, ਕੋਈ 50% ਜਿਉ ਰਿਹਾ। ਇਹਦਾ ਮਤਲਬ ਅੱਧੇ ਤਾਂ ਉਹ ਦਵਾਈਆਂ ਨੇ ਮਾਰੇ ਪਏ ਆ ਪਹਿਲਾਂ ਹੀ। ਮਤਲਬ ਉਹਨੂੰ ਤੁਸੀਂ ਟੋਟਲ ਡੈਥ ਨਾ ਕਹੋ, ਫਿਜ਼ੀਕਲੀ ਨਹੀਂ ਮਰੇ ਉਹ, ਲੇਕਿਨ ਮੈਂਟਲੀ ਜਿੰਨੀ ਉਹਨਾਂ ਦਾ ਕਮਿਊਨੀਕੇਸ਼ਨ ਹੋਣੀ ਚਾਹੀਦੀ ਸੀ ਆਪਸ 'ਚ, ਜਿੰਨਾ ਸੋਸ਼ਲ ਤਾਲਮੇਲ, ਇਕਨੋਮਿਕ ਤਾਲਮੇਲ, ਜਿੰਨੀ ਉਹ ਕਮਾਈ ਕਰ ਸਕਦੇ ਸੀਗੇ, ਜਿੰਨਾ ਵਧੀਆ ਸਮਾਜਿਕ ਰੋਲ ਪਲੇ ਉਹ ਨਹੀਂ ਕਰ ਸਕਦੇ ਉਹਨਾਂ। ਸਪੋਜ਼ ਕੋਈ ਟੀਚਰ ਹੈ ਜਿੰਨਾ ਵਧੀਆ ਪੜ੍ਹਾ ਸਕਦਾ ਨਹੀਂ ਪੜ੍ਹਾ ਸਕੇਗਾ, ਕੋਈ ਡਾਕਟਰ ਹੈ ਇੰਨਾ ਵਧੀਆ ਉਹ ਮਰੀਜ਼ ਨਹੀਂ ਅਟੈਂਡ ਕਰ ਸਕੇਗਾ। ਕੋਈ ਵੀ ਕੰਮ ਜਿਹੜਾ ਕਰਦਾ ਬੰਦਾ, ਜਿਹੜਾ ਉਹਨਾਂ ਨੇ ਦਵਾਈਆਂ ਦੇ ਉੱਪਰ ਹੈ ਮੈਂਟਲ ਪੇਨ ਕਿਲਰਸ ਦੇ, ਤਾਂ ਉਹਨਾਂ ਵਧੀਆ ਨਹੀਂ ਕਰੇਗਾ। ਸੋ ਇਹ ਕਿਸਮ ਦੀ ਜਿਹਨੂੰ ਕਹਿੰਦੇ ਇਹ ਬਹੁਤ ਹੀ ਮਾੜੀ ਜਿਹੜੀ ਨੋਰਮਸ ਨੇ ਕਿ ਤੁਸੀਂ ਮੈਂਟਲ ਪੇਨ ਕਿਲਰਸ ਦੇ ਕੇ ਬੰਦਿਆਂ ਨੂੰ ਲਗਾਤਾਰ ਜਿਹੜੀ ਹੈ ਉਹ ਬਿਮਾਰ ਕਰੀ ਜਾ ਰਹੇ ਹੋ ਉਲਟਾ ਸਗੋਂ। ਸੋ ਫਿਜ਼ੀਕਲ ਪੇਨ ਕਿਲਰ ਤੋਂ ਬਾਅਦ ਮੈਂਟਲ ਪੇਨ ਕਿਲਰ ਹੋ ਗਏ, ਮੈਂਟਲ ਪੇਨ ਕਿਲਰ ਤੋਂ ਬਾਅਦ ਮਿਸਯੂਜ਼ ਹੋਈਆਂ ਨੇ ਐਂਟੀਬਾਇਓਟਿਕਸ। ਹੁਣ ਐਂਟੀਬਾਇਓਟਿਕਸ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਕਿ ਐਂਟੀਬਾਇਓਟਿਕਸ ਦੇਣਾ ਬਹੁਤ ਹੀ ਮਾੜੀ ਗੱਲ ਹੈ, ਔਰ ਪੱਛਮੀ ਮੁਲਕਾਂ ਦੇ ਅੰਦਰ ਆਪ ਨਹੀਂ ਦਿੰਦੇ ਉਹ। ਸਾਡੇ ਮੁਲਕ 'ਚ ਜਿਹੜਾ ਮਰਜ਼ੀ ਐਂਟੀਬਾਇਓਟਿਕ ਲੈ ਲਓ ਜਾ ਕੇ, ਤੁਸੀਂ ਪੱਛਮੀ ਮੁਲਕਾਂ 'ਚ ਐਂਟੀਬਾਇਓਟਿਕ ਖਰੀਦ ਕੇ ਦਿਖਾ ਦਿਓ ਦੁਕਾਨ ਤੋਂ, ਲੰਬਾ ਜੋ ਡਾਕਟਰ ਨਹੀਂ ਖਰੀਦ ਸਕਦੇ। ਜੇ ਡਾਕਟਰ ਨੇ ਲੈਣਾ ਹੋਵੇ ਨਾ ਆਪ, ਤਾਂ ਕਿਸੇ ਹੋਰ ਤੋਂ ਪਰਚੀ ਲਿਖਵਾਉਣੀ ਪੈਂਦੀ ਪਹਿਲਾਂ, ਤਾਂ ਤੇ ਮਿਲਦਾ, ਉਹਨੂੰ ਮਿਲਦਾ ਨਹੀਂ ਐਂਟੀਬਾਇਓਟਿਕ।
ਤੇ ਇੱਥੇ ਅੱਜ ਤੁਸੀਂ ਦੁਨੀਆ ਦਾ ਲੇਟੈਸਟ ਐਂਟੀਬਾਇਓਟਿਕ ਜਿਹੜਾ ਹੁਣ ਕੱਲ ਆਇਆ, ਅੱਜ ਜਾ ਕੇ ਕੈਮਿਸਟ ਸਿੱਧਾ ਲੈ ਲੈ, ਕੋਈ ਮਰੀਜ਼ ਕਿਸੇ ਦਾ ਕੋਈ ਬੰਦਿਸ਼ ਨਹੀਂ ਹੈ। ਕਿਉਂ? ਕਿਉਂਕਿ ਮਾਰਕੀਟ ਅਗਲੇ ਦੀ, ਉਹ ਹਿੰਦੁਸਤਾਨ ਦੀ ਵਰਗੀ ਮਾਰਕੀਟ ਨੂੰ ਉਹ ਲੋਕਾਂ ਦੀ ਸਿਹਤ ਪਿੱਛੇ ਥੋੜ੍ਹਾ ਖਰਾਬ ਕਰਨਾ ਚਾਹੁੰਗੇ। ਔਰ ਫਾਰਮਾ ਕੰਪਨੀਆਂ ਦੀ ਮਾਰਕੀਟ ਜਿਹੜੀ ਮਾਰਕੀਟ ਵੈਲਿਊ ਹੈ ਉਹ ਕਿੰਨੀ ਕੁ ਹੈ, ਉਹਦੀ ਆਪਾਂ ਇੱਕ ਐਗਜ਼ਾਮਪਲ ਅਕਸਰ ਕੋਟ ਕਰਦੇ ਹੁੰਦੇ ਹਾਂ ਕਿ 500 ਟੌਪ ਜਿਹੜੀਆਂ ਕੰਪਨੀਆਂ ਨੇ ਦੁਨੀਆ ਦੇ ਅਮੀਰ, ਉਹਦੇ 'ਚੋਂ 10 ਜਿਹੜੀਆਂ ਕੰਪਨੀਆਂ ਨੇ ਫਾਰਮਾ ਦੀਆਂ, ਉਹਦਾ ਪ੍ਰੋਫਿਟ ਅਤੇ ਬਾਕੀ 490 ਦਾ ਪ੍ਰੋਫਿਟ 10 ਦਾ ਜ਼ਿਆਦਾ ਹੈ। ਅੱਛਾ, ਤੁਸੀਂ ਹਿਸਾਬ ਲਾ ਲਓ ਕਿੱਡੀਆਂ ਵੱਡੀਆਂ ਦਿਓ ਖੱਦ ਨੇ। ਔਰ ਅੱਜ ਇਹ ਨੋਨ ਹੈ ਕਿ ਪੋਲੀਟੀਕਲ ਪਾਰਟੀਆਂ ਦੀ ਬੜੀ ਕਰਪਸ਼ਨ ਮਸ਼ਹੂਰ ਹੈ ਨਾ, ਕਿ ਪੋਲੀਟੀਕਲ ਪਾਰਟੀਆਂ ਪੈਸੇ ਲੈ ਕੇ ਉਹਨਾਂ ਦੇ ਹੱਕ 'ਚ ਭੁਗਤਦੀਆਂ ਨੇ। ਤਾਂ ਅੱਜ ਆਪਾਂ ਦੇਖ ਰਹੇ ਹਾਂ ਕਿ ਪੋਲੀਟੀਕਲ ਪਾਰਟੀਆਂ ਤਾਂ ਕਾਰਪੋਰੇਟ ਦੀ ਜੇਬ 'ਚ ਪਾਈਆਂ ਹੋਈਆਂ ਨੇ, ਜੋ ਉਹ ਬੋਲੀ ਬੋਲਦੇ ਆ ਉਹ ਬੋਲਦੇ ਆ, ਵੋਟਾਂ ਲੋਕਾਂ ਤੋਂ ਲੈ ਜਾਂਦੇ ਆ, ਮੁੜ ਕੇ ਬੋਲੀ ਉਹਨਾਂ ਦੀ ਬੋਲਦੇ ਆ। ਅਤੇ ਕਿਉਂ? ਕਿਉਂਕਿ ਫੰਡਿੰਗ ਉੱਥੋਂ ਆਉਂਦੀ ਹੈ। ਹੁਣ ਤਾਂ ਕੱਢ ਲਈ ਉਹਨਾਂ ਨੇ ਫੰਡਿੰਗ, ਕੱਢ ਲਈ ਉਹਨਾਂ ਨੇ ਵੀ ਕੌਣ ਫੰਡਿੰਗ ਕਰਦਾ। ਉਹ ਸਭ ਤੋਂ ਜ਼ਿਆਦਾ ਟੌਪ 'ਤੇ ਫਾਰਮਾ ਕੰਪਨੀਆਂ ਨੇ। ਕਿਸੇ ਬੰਦੇ ਨੇ RTI 'ਚ ਇਨਫੋਰਮੇਸ਼ਨ ਲੈ ਕੇ ਵੀ ਕੱਢ ਲਈ ਵੀ ਕਿਹੜੀ ਪਾਰਟੀ ਨੂੰ ਕਿਹੜੀ ਕੰਪਨੀ ਤੋਂ ਫੰਡਿੰਗ ਹੋ ਰਹੀ ਹੈ। ਸਭ ਤੋਂ ਜ਼ਿਆਦਾ ਟੌਪ ਫੰਡਰ ਜਿਹੜੀਆਂ ਨੇ ਪੋਲੀਟੀਕਲ, ਸਾਰੀਆਂ ਨੂੰ, ਇਹ ਨਹੀਂ ਵੀ ਇੱਕ ਪੋਲੀਟੀਕਲ ਪਾਰਟੀ ਨੂੰ ਦਿੰਦੀਆਂ ਨੇ। ਈਵਨ ਉਹਨੇ ਕੱਢ ਲਿਆ ਕੇਰਲਾ ਦੀ ਕਮਿਊਨਿਸਟ ਪਾਰਟੀ ਨੂੰ ਦਿੱਤੇ ਹੈ ਪੈਸੇ, ਫਾਰਮਾ ਕੰਪਨੀਆਂ ਨੇ। ਕਮਿਊਨਿਸਟ ਗਵਰਨਮੈਂਟ ਹੈ, ਉਹ ਵੀ ਪੈਸੇ ਲੈ ਰਹੀ ਹੈ ਅਤੇ ਮੁੜ ਕੇ ਵੈਕਸੀਨ ਦੇ ਖਿਲਾਫ ਨਹੀਂ ਬੋਲ ਰਹੀ ਉਹ, ਜਾਂ ਉਹਨਾਂ ਦੇ ਕਿਸੇ ਵੀ ਪਾਲਿਸੀ ਦੇ ਖਿਲਾਫ ਕਿਉਂ ਬੋਲੇਗੀ ਉਹ? ਜਦੋਂ ਕਰੋੜਾਂ ਰੁਪਏ, ਹਜ਼ਾਰਾਂ ਕਰੋੜ, ਸੈਂਕੜੇ ਕਰੋੜਾਂ ਰੁਪਏ ਮਿਲ ਰਹੇ ਆ ਉਹਨਾਂ ਨੂੰ, ਉਹਦੇ ਪ੍ਰੋਜੈਕਟਾਂ ਦੇ ਅੰਦਰ ਉਹ ਕੋਈ ਡਿਮਾਂਡ ਰੱਖੇ ਸਰਕਾਰ, ਮੈਡਮ ਮਾਨੀ ਨਾਨੀ ਕੋਲੇ ਵੀ ਸਾਡੇ ਕੋਲ ਆਹ ਪ੍ਰੋਜੈਕਟ 'ਚ ਆਹ ਇੰਨੇ ਪੈਸੇ ਦੇ ਦਿੰਦੇ ਹੋ, ਉਹਨਾਂ ਦਾ ਕੀ ਜਾਣਾ, ਲੋਕਾਂ ਦੀ ਜੇਬ 'ਚ ਕੱਢਣੇ ਉਹਨਾਂ ਨੇ। ਇਸ ਕਰਕੇ ਜਿਹੜੀਆਂ ਫਾਰਮਾ ਕੰਪਨੀਆਂ ਨੇ ਉਹ ਕਰਦੀਆਂ ਨੇ। ਅਤੇ ਆਪਾਂ ਗੱਲ ਕਰ ਰਹੇ ਸੀਗੇ ਐਂਟੀਬਾਇਓਟਿਕਸ ਦੀ। ਐਂਟੀਬਾਇਓਟਿਕਸ ਜਿਹੜੇ ਨੇ ਉਹ ਆਪਣੇ ਕੰਟਰੀ ਤਾਂ ਅਮਰੀਕਾ ਕੈਨੇਡਾ ਤੋਂ ਜਾ ਕੇ ਖਰੀਦ ਕੇ ਦਿਖਾ ਦਿਓ ਮੈਨੂੰ, ਤਾਂ ਨਹੀਂ ਤਾਂ ਇੱਥੇ ਜਿਹੜਾ ਮਰਜ਼ੀ ਐਂਟੀਬਾਇਓਟਿਕ ਲੈ ਲਓ, ਐਂਟੀਬਾਇਓਟਿਕ ਤੁਸੀਂ ਲਏ ਨਹੀਂ, ਤੁਹਾਡਾ ਗੱਟ ਫਲੋਰਾ ਮਰਿਆ ਨਹੀਂ। ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਸਾਡੇ ਅੰਦਰ ਸਾਡੇ ਦੋਸਤ ਨੇ ਜਿਹੜੇ ਸਾਡੇ ਨਾਲੋਂ 10 ਗੁਣਾ ਜ਼ਿਆਦਾ ਪਾਵਰਫੁਲ ਨੇ, ਸਾਡੇ ਆਪਣੇ ਸਰੀਰ ਨਾਲੋਂ 10 ਗੁਣਾ ਜ਼ਿਆਦਾ ਰੋਲ ਪਲੇ ਕਰਦੇ ਹੋ। ਅਸੀਂ 1+1 10 ਹਾਂ, 11। ਇੱਕ ਸਾਡਾ ਸਰੀਰ ਹੈ, 10 ਉਹ ਨੇ ਜਿਹੜੇ ਸਾਨੂੰ ਜਿਉਣ 'ਚ, ਖੁਸ਼ ਰਹਿਣ 'ਚ, ਖਾਣ ਪੀਣ 'ਚ, ਖਾਣਾ ਹਜ਼ਮ ਕਰਨ 'ਚ, ਸੋਚਣ 'ਚ, ਇਮਿਊਨਿਟੀ, ਬਿਮਾਰੀਆਂ ਤੋਂ ਬਚਣ 'ਚ ਉਹ ਰੋਲ ਪਲੇ ਕਰਦੇ। ਕਿੰਨਾ? 10 ਗੁਣਾ। ਅਤੇ ਉਹਨੂੰ ਮਾਰ ਕੇ ਅਸੀਂ ਕੈਪਸੂਲ ਜੇ ਖਾ ਕੇ ਰੱਦੀ ਜੇ ਉਹਨੂੰ ਮਿੰਟ ਲਾਉਂਦੇ ਹਾਂ। ਐਂਟੀਬਾਇਓਟਿਕ ਸਿਰਫ ਲਾਈਫ ਸੇਵਿੰਗ ਸਿਚੁਏਸ਼ਨ ਖਾਣੇ ਚਾਹੀਦੇ ਆ, ਔਰ ਬਹੁਤ ਕੈਲਕੂਲੇਟਡ ਢੰਗ ਦੇ ਨਾਲ। ਇੱਥੇ ਸ਼ੁਰੂ ਕਰਦੇ ਆ ਬੰਦੇ 15 ਦਿਨ ਖਾ ਰਿਹਾ, 20 ਦਿਨ ਖਾ ਰਿਹਾ, ਕੋਈ ਮਹੀਨਾ ਖਾਈ ਜਾ ਰਿਹਾ, ਹਿਸਾਬ ਦਾ ਵੀ ਨਹੀਂ। ਤਾਂ ਐਂਟੀਬਾਇਓਟਿਕ ਜਿਹੜੇ ਨੇ, ਜਿਹੜੀ ਥਰਡ ਸਭ ਤੋਂ ਵੱਡਾ ਗਰੁੱਪ ਹੈ ਜਿਹੜਾ ਖਰਾਬ ਕਰਦਾ ਹੈ। ਯਾਨੀ ਕਿ ਇੱਕ ਆਪਾਂ ਕਹਿ ਸਕਦੇ ਹਾਂ ਡਾਕਟਰ ਸਾਹਿਬ, ਇਹ ਸੱਚ ਹੋਏਗਾ ਕਿ ਸਰੀਰ ਦੇ ਅੰਦਰ ਜੇ ਕੋਈ ਵਾਇਰਸ ਗਿਆ ਤਾਂ ਇੱਕ ਤਾਂ ਆਪਣਾ ਜਿਹੜਾ ਇਮਿਊਨਿਟੀ ਸਿਸਟਮ ਹੈ, ਇਮਿਊਨ ਸਿਸਟਮ ਹੈ, ਇੱਕ ਤਾਂ ਉਹ ਵਾਇਰਸ ਦੇ ਉੱਤੇ ਅਟੈਕ ਕਰੇਗਾ, ਦੂਜਾ ਐਂਟੀਬਾਇਓਟਿਕ ਦੇ ਉੱਤੇ ਵੀ ਅਟੈਕ ਕਰੇਗਾ। ਦੋ ਚੀਜ਼ ਨਾਲ ਲੜਨਾ ਪਏਗਾ ਉਹਨੂੰ। ਡਬਲ ਲੜਾਈ ਹੋ ਗਈ ਨਾ ਉਹਦੇ ਕੋਲੇ। ਹੁਣ ਤੁਸੀਂ ਉਹਦਾ ਐਂਟੀਬਾਇਓਟਿਕ ਠੋਕੀ ਜਾ ਰਹੇ ਹੋ। ਹੁਣ ਪਹਿਲਾਂ ਤਾਂ ਪੂਰੀ ਇਮਿਊਨ ਸਿਸਟਮ ਦਾ, ਬਾਡੀ ਦਾ ਧਿਆਨ ਤਾਂ ਵਾਇਰਸ ਵੱਲ ਸੀਗਾ। ਹੁਣ ਤੁਸੀਂ ਕੈਮੀਕਲ ਠੋਕਤਾ, ਉਹਨੂੰ ਉਹ ਕੈਮੀਕਲ ਨਾਲ ਵੀ ਡੀਲ ਕਰਨਾ ਪਏਗਾ। ਕੁਦਰਤ ਕਿਉਂ ਨਹੀਂ ਕਰਨਾ ਪਏਗਾ? ਜੋ ਤੁਸੀਂ ਅਨਨੈਸੈਸਰੀ ਡਰੱਗਿੰਗ ਕਰੋਗੇ ਤਾਂ ਕਿਉਂ ਇਹੀ ਕੁਛ ਹੋਏਗਾ। ਤਾਂ ਚਾਹੇ ਤੁਸੀਂ ਡਰੱਗਿੰਗ ਕਰੋ, ਜਾਂ ਰੋਂਗ ਫੂਡ ਖਾਓ। ਜਦੋਂ ਟੌਕਸਿਕ ਫੂਡ ਖਾ ਲਿਆ ਤੁਸੀਂ, ਮੰਨ ਲਓ ਤੁਹਾਡੇ ਫੂਡ ਦੇ ਅੰਦਰ 50 ਕਿਸਮ ਦੇ ਟੌਕਸਿਨ ਨੇ, ਉਹਨੂੰ ਵੀ ਤਾਂ ਬਾਹਰ ਕੱਢਣਾ। ਤੁਸੀਂ ਦਵਾਈ ਖਾ ਲਈ ਜਿਹੜੀ ਕਿ ਬਾਡੀ ਨੂੰ ਚਾਹੀਦੀ ਨਹੀਂ ਹੈ, ਉਹਨੂੰ ਬਾਹਰ ਕੱਢਣਾ। ਫਿਰ ਉਹ ਤਾਂ ਜੇ ਐਂਟੀਬਾਇਓਟਿਕ ਖਾ ਲਏ ਤਾਂ ਉਹ ਸਾਰਾ ਇਮਿਊਨ ਸਿਸਟਮ ਵੀ ਪੈਰਲਾਈਜ਼ ਹੋਊਗਾ, ਕਿਉਂਕਿ 80% ਇਮਿਊਨ ਸਿਸਟਮ ਤਾਂ ਉਹਨਾਂ ਬੈਕਟੀਰੀਆ ਕੋਲੇ ਆ। ਇਟਸ ਏ ਵੈਲ ਨੋਨ ਥਿੰਗ ਕਿ ਤੁਹਾਡੀ ਇਮਿਊਨਿਟੀ ਦਾ 80% ਉਹਨਾਂ ਬੈਕਟੀਰੀਆ ਕੋਲੇ, ਜਿਹੜੇ ਬੈਕਟੀਰੀਆ ਦੇ ਰਹੇ ਆ ਸਾਡੇ ਦੋਸਤ ਨੇ, ਜਿਹੜੇ ਜਿਨ੍ਹਾਂ ਨੇ ਮਰ ਜਾਣਾ। ਔਰ 80% ਬ੍ਰੇਨ ਜਿਹੜਾ ਉਹ ਬੈਕਟੀਰੀਆ ਕੋਲੇ ਆ। ਬ੍ਰੇਨ ਦੀ ਫੰਕਸ਼ਨਿੰਗ ਜਿਹੜੀ ਇੱਥੇ ਹੁੰਦੀ ਹੈ, ਲੇਕਿਨ ਉਹਦੇ ਜਿਹੜੇ ਕੰਮ ਕਰਨ ਵਾਲੇ ਕੈਮੀਕਲ ਨੇ ਇੱਥੇ ਬਣਦੇ ਆ। ਅਤੇ ਉਹ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਬਿਲਕੁਲ ਇਗਨੋਰੈਂਸ ਤੋਂ ਨਿਕਲਦਾ ਕਿ ਸਾਨੂੰ ਪਤਾ ਕੁਛ ਹੈ ਨਹੀਂ, ਬਸ ਇੱਕ ਸੀਮਤ ਜਾਂ ਨੌਲੇਜ ਦਿੱਤਾ। ਡਾਕਟਰਾਂ ਨੂੰ ਇਸ ਢੰਗ ਨਾਲ ਪੜ੍ਹਾਇਆ ਜਾਂਦਾ ਹੈ ਕਿ ਉਹ ਦਵਾਈਆਂ ਲਿਖਣ ਦੀ ਮਸ਼ੀਨ ਬਣ ਜਾਂਦੇ ਆ, ਕਿਉਂਕਿ ਉਹ ਕਮਰਸ਼ੀਅਲ ਹਿੱਤ ਨੇ। ਉਹ ਸਿਲੇਬਸਿਸ ਔਰ ਸਾਰੇ ਉੱਦਾਂ ਡਿਸਾਈਡ ਕੀਤੇ ਹੁੰਦੇ ਆ। ਡਾਕਟਰ ਵਿਚਾਰੇ ਜਿਹੜੇ ਬੜੇ ਆਈਡੀਅਲਿਜ਼ਮ ਲੈ ਕੇ ਆਏ ਹੁੰਦੇ ਆ, ਅਤੇ ਉਹ ਬਿਲਕੁਲ ਅਚੇਤ ਮਨ 'ਚ ਹੀ ਉਹ ਬਰਾਈਬ ਹੋ ਜਾਂਦੇ ਆ, ਅਤੇ ਬੜੀਆਂ ਚੰਗੀਆਂ ਸੈਲਰੀਆਂ ਦੇ ਕੇ, ਉਹਨਾਂ ਨੂੰ ਚੰਗੇ ਬੈਨੀਫਿਟਸ ਦੇ ਕੇ, ਗਿਫਟ ਦੇ ਕੇ, ਉਹ ਅਚੇਤ ਮਨ 'ਚ ਹੀ ਉਹਨਾਂ ਦੇ ਇੱਕ ਬਣਾਤਾ ਜਾਂਦਾ ਕਿ ਡਾਕਟਰ ਦਾ ਮਤਲਬ ਦਵਾਈਆਂ ਲਿਖਣਾ। ਅਤੇ ਐਂਟੀਬਾਇਓਟਿਕ ਤੋਂ ਬਾਅਦ ਅਗਲਾ ਨੰਬਰ, ਐਂਟੀਬਾਇਓਟਿਕ ਤੋਂ ਬਾਅਦ ਉਸ ਤੋਂ ਸਟੀਰੋਇਡ ਜਿਹੜੇ ਨੇ। ਹਾਂ, ਸਟੀਰੋਇਡ ਤਾਂ ਹੈ ਹੀ ਨੇ। ਸਟੀਰੋਇਡ ਬਹੁਤ ਮਿਸਯੂਜ਼ ਦਵਾਈਆਂ ਹੈ। ਸਟੀਰੋਇਡ ਤਾਂ ਇਸ ਹੱਦ ਤੱਕ ਮਿਸਯੂਜ਼ ਹੁੰਦੇ ਆ ਕਿ ਪੰਜਾਬ ਦੇ ਅੰਦਰ, ਹਿਮਾਚਲ, ਹਰਿਆਣਾ, ਇਹਦੇ ਅੰਦਰ
ਸਟੀਰੋਇਡ ਦੀਆਂ ਗੋਲੀਆਂ ਲੈ ਕੇ, ਕਿਉਂਕਿ ਅੱਜ ਕੱਲ੍ਹ ਪਾਊਡਰ ਫਾਰਮ ਮਿਲਦਾ ਨਹੀਂ ਹੈ ਹੁਣ ਮਾਰਕੀਟ 'ਚ, ਪਹਿਲਾਂ ਮਿਲਦਾ ਹੁੰਦਾ ਸੀਗਾ, ਹੁਣ ਪਾਊਡਰ 'ਚ ਫਾਰਮ ਮਿਲਦਾ ਨਹੀਂ ਹੈ, ਉਹਨੂੰ ਗੋਲੀ ਲੈ ਕੇ ਚੱਕੀ 'ਚ ਪੀਂਦੇ ਆ ਪਹਿਲਾਂ ਤਾਂ, ਨਿੱਕੀ ਨਿੱਕੀ ਚੱਕੀਆਂ ਲਾ ਰੱਖੀਆਂ ਉਹਨੇ, ਕਿਉਂਕਿ ਉਹਨੂੰ ਪੀਣਾ ਕਿਹੜਾ ਸੌਖਾ ਕੰਮ ਹੈ। ਪੀ ਕੇ ਉਹਨੂੰ ਇੱਕ ਹਰਬਲ ਜੀ ਦਵਾਈ, ਹਰਬਲ ਲੁਕਿੰਗ ਦਵਾਈ, ਕੋਈ ਹਰਬਲ ਜਿਹਾ ਪਾਊਡਰ ਲੈ ਕੇ ਉਹ 'ਚ ਮਿਕਸ ਕਰਦੇ ਆ ਅਤੇ ਇਹਦੀਆਂ ਪੁੜੀਆਂ ਬਣਾ ਕੇ ਬਹੁਤ ਦੇ ਅਸਥਮਾ 'ਚ ਉਹ ਦੇਈ ਜਾਂਦੇ ਆ, ਜੋੜਾਂ 'ਚ ਉਹ ਦੇਈ ਜਾਂਦੇ ਆ। ਕੋਈ ਵੀ ਸਟੀਰੋਇਡ ਉਹ ਚੀਜ਼ ਨੇ ਜਿਹੜਾ ਤੁਹਾਡੀ ਬਾਡੀ ਦੇ ਅੰਦਰ ਕੋਈ ਵੀ ਇਨਫਲੇਮੇਸ਼ਨ ਚੱਲ ਰਹੀ ਹੈ, ਸੋਜਿਸ਼ ਚੱਲ ਰਹੀ, ਉਹਨੂੰ ਦਬਾ ਦਿੰਦੇ ਆ, ਅਤੇ ਉਹ ਦਬਾਉਂਦੇ ਆ, ਤੁਹਾਨੂੰ ਲੱਗਦਾ ਵੀ ਹਾਂ ਮੈਂ ਤਾਂ ਇੱਕ ਵਾਰੀ ਠੀਕ ਹੋ ਗਿਆ। ਚਾਹੇ ਉਹ ਕੋਈ ਜੋੜ ਦਰਦ ਨੇ, ਚਾਹੇ ਕੋਈ ਕੁਛ ਵੀ ਹੈ, ਤੁਹਾਡਾ ਲੱਤਾਂ ਦਰਦ ਨੇ, ਦੁਨੀਆ ਭਰ ਦੀ ਅਸਥਮਾ ਹੈ, ਕੋਈ ਐਲਰਜੀ ਹੈ, ਕੁਛ ਵੀ 50 ਕਿਸਮ ਦੀਆਂ ਬਿਮਾਰੀਆਂ ਨੇ ਜਿਹਦੇ ਅੰਦਰ ਇਨਫਲੇਮੇਸ਼ਨ ਹੁੰਦੀ ਹੈ। ਇਨਫਲੇਮੇਸ਼ਨ ਰਾਹੀਂ ਨੇਚਰ ਹੀਲ ਕਰਦੀ ਹੈ। ਨੇਚਰ ਦਾ ਹੀਲ ਕਰਨ ਦਾ ਤਰੀਕਾ ਹੁੰਦਾ ਕਿ ਇਨਫਲੇਮੇਸ਼ਨ ਕ੍ਰੀਏਟ ਕਰਦੀ ਹੈ ਨੇਚਰ, ਫਿਰ ਹੀਲ ਕਰਦੀ ਹੈ। ਜਦੋਂ ਇਨਫਲੇਮੇਸ਼ਨ ਕ੍ਰੀਏਟ ਹੁੰਦੀ ਹੈ ਤਾਂ ਬਾਡੀ ਡਿਸਕੰਫਰਟ ਫੀਲ ਕਰਦੀ ਹੈ। ਜਿਹੜੀ ਗੁਰਬਾਣੀ ਦੇ ਅੰਦਰ ਕੋਟੇਸ਼ਨ ਆਉਂਦੀ ਹੈ, ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਦਾਰੂ, ਕਿ ਦੁੱਖ ਦੇ ਰਾਹੀਂ ਦਾਰੂ ਕਰਦੀ ਹੈ ਕੁਦਰਤ, ਦੁੱਖ ਪੈਦਾ ਕਰਕੇ ਥੋੜਾ ਇਲਾਜ ਕਰਦੀ ਹੈ ਕੁਦਰਤ। ਉਹ ਭੁੱਲ ਗਏ ਅਸੀਂ ਦੁੱਖ ਦਾਰੂ ਸੁੱਖ ਰੋਗ ਪਿਆ, ਰੱਟਾਂ ਤਾਂ ਮਾਰੀ ਜਾਂਦੇ ਆ, ਲੇਕਿਨ ਉਹਦੀ ਜਿਹੜੀ ਗੁਰੂ ਸਾਹਿਬ ਦਾ ਮੈਸੇਜ ਆ ਉਹਨੂੰ ਬਿਲਕੁਲ ਕੈਚ ਨਹੀਂ ਕਰਦੇ ਕਿ ਜੇ ਦੁੱਖ ਹੋਏਗਾ, ਪੀੜਾ ਹੋਏਗੀ, ਚਾਹੇ ਉਹ ਸਰੀਰਕ ਪੀੜਾ ਤੇ ਚਾਹੇ ਮਾਨਸਿਕ ਪੀੜਾ, ਉਹਦੇ 'ਚੋਂ ਇਲਾਜ ਨਿਕਲੇਗਾ। ਲੇਕਿਨ ਅੱਜ ਕੌਣ ਪੀੜਾ ਝੱਲਣਾ ਚਾਹੁੰਦਾ? ਹਰ ਬੰਦਾ ਚਾਹੁੰਦਾ ਕਿ ਮੈਨੂੰ ਤਾਂ ਪੀੜ ਨਾ ਦੀ, ਮੇਰੇ ਨੇੜੇ ਲੱਗਣੀ ਚਾਹੀਦੀ ਪੀੜ, ਨਾ ਦੁੱਖ। ਬੰਦੇ ਨੂੰ ਮਾੜਾ ਜਿਹਾ ਚਿੰਤਾ ਹੋਈ ਨਹੀਂ, ਦੇ ਗੋਲੀ, ਮਾੜਾ ਜਿਹਾ ਗੋਡਾ ਦੁਖਿਆ ਨਹੀਂ, ਦੇਖ ਪੇਨ ਕਿਲਰ। ਉਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਹੋ ਗਿਆ, ਉਹ ਸਾਰਾ ਦਾ ਸਾਰਾ ਵਰਤਾਰਾ। ਅਤੇ ਸਟੀਰੋਇਡ ਵੀ ਉਸ ਤੋਂ ਵੀ ਅਗਲੇ ਨੇ, ਜਿਹੜੇ ਪੇਨ ਕਿਲਰ ਦੇ ਬਾਪ ਜਿਹੜੇ ਨੇ ਸਟੀਰੋਇਡ ਨੇ। ਕਿ ਸਟੀਰੋਇਡ ਦੁਨੀਆ ਇੱਕ ਵਾਰੀ ਸਟੀਰੋਇਡ ਖਾ ਕੇ ਬੰਦੇ ਲੱਗਦਾ ਵਾਹ ਕਿਆ ਬਾਤ ਹੈ, ਮੇਰੇ ਬਗੈਰ ਤਾਂ ਗ੍ਰੇਟ ਨਹੀਂ ਹੈ। ਜਿਵੇਂ ਫੀਮ ਖਾ ਕੇ ਕੋਈ ਬੰਦੇ ਲੱਗਦਾ ਨਾ ਵੀ ਮੈਂ ਤਾਂ ਅਸਮਾਨ 'ਤੇ ਹਾਂ, ਸੇਮ ਪੇਨ ਕਿਲਰ ਖਾ ਕੇ ਲੱਗਦਾ ਵੀ ਮੈਂ ਤਾਂ ਅਸਮਾਨ 'ਤੇ ਹਾਂ। ਤਾਂ ਇਸ ਕਰਕੇ ਜਿਹੜੇ ਸਟੀਰੋਇਡ ਨੇ ਉਹ ਵੀ ਇੱਦਾਂ ਦੀ ਦਵਾਈ ਨੇ। ਫਿਰ ਤੁਹਾਡੇ ਕਫ ਸਪਰੈਸੈਂਟ ਨੇ, ਖਾਂਸੀ ਨੂੰ ਉਹ ਕੁਦਰਤ ਤਾਂ ਖਾਂਸੀ ਪੈਦਾ ਕਰ ਰਹੀ ਹੈ ਅੰਦਰੋਂ ਕੁਛ ਕੱਢਣ ਲਈ, ਤੁਸੀਂ ਉਹਨੂੰ ਖਾਂਸੀ ਦਵਾਈ ਜਾ ਰਹੇ ਹੋ। ਕਿਹੜੇ ਬੇਵਕੂਫ ਹਾਂ। ਸਾਨੂੰ ਚਾਹੀਦਾ ਤਾਂ ਇਹ ਹੈ ਵੀ ਅਸੀਂ ਖਾਂਸੀ ਨੂੰ ਕਿਸੇ ਤਰੀਕੇ ਪਤਲਾ ਕਰੀਏ ਤਾਂ ਕਿ ਜਿਹੜਾ ਸਰੀਰ ਦਾ ਜ਼ੋਰ ਲੱਗ ਰਿਹਾ ਕੱਢਣ ਵਾਸਤੇ ਉਹ ਨਾ ਲੱਗੇ। ਮਤਲਬ ਭਾਫ ਲੈ ਲਈਏ, ਗਰਾਰੇ ਕਰ ਲਈਏ, ਕੋਈ ਇੱਦਾਂ ਦੀ ਹਲਕੀ ਫੁਲਕੀ ਦੇਸੀ ਦਵਾਈਆਂ ਹੈਗੀਆਂ ਇਹੋ ਜਿਹੀਆਂ, ਜੋ ਮਲੱਠੀ ਹੈ, ਜੋ ਵਿਸਾਖਾ ਸਿਰਪ ਹੈ, ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਬਲਗਮ ਨੂੰ ਥੋੜ੍ਹਾ ਪਤਲਾ ਕਰਦੀਆਂ ਨੇ, ਲੇਕਿਨ ਬਾਹਰ ਕੱਢਣ 'ਚ ਸੌਖੀ ਹੋ ਜਾਂਦੀ ਹੈ। ਉਹ ਤਾਂ ਮੰਨ ਲਈ ਗੱਲ ਦਵਾਈ। ਉਹ ਤੁਸੀਂ ਖੰਘ ਨੂੰ ਦਬਾਉਣ ਦੀ ਦਵਾਈ ਖਾ ਰਹੇ ਹੋ, ਫਿਰ ਤੁਹਾਨੂੰ ਖਾਰਿਸ਼ ਹੋ ਰਹੀ ਹੈ, ਖਾਰਿਸ਼ ਕਰਕੇ ਮੰਨ ਲਓ ਤੁਹਾਡੀ ਚਮੜੀ 'ਤੇ ਕੁਛ ਹੋ ਗਿਆ ਮਾੜਾ ਮੋਟਾ, ਤੁਸੀਂ ਖਾਰਿਸ਼ ਕਰਦੇ ਹੋ, ਕੀ ਹੋਊਗਾ ਖਾਰਿਸ਼ ਨਾਲ? ਉੱਥੋਂ ਦੀ ਬਲੱਡ ਸਪਲਾਈ ਵੱਧ ਜਾਏਗੀ। ਖਾਰਿਸ਼ ਦਾ ਮਤਲਬ ਹਿਸਟਾਮਿਨ ਨਾਂ ਦਾ ਕੈਮੀਕਲ ਸਿਕ੍ਰੀਟ ਹੁੰਦਾ ਜਦੋਂ ਖਾਰਿਸ਼ ਕਿਤੇ ਵੀ ਖਾਰਿਸ਼ ਹੁੰਦੀ ਹੈ। ਜਦੋਂ ਤੁਸੀਂ ਖੁਰਕਦੇ ਆ ਤਾਂ ਸਰੀਰ ਉੱਥੇ ਹਿਸਟਾਮਿਨ ਬਣਾ ਦਿੰਦਾ। ਉਹ ਹਿਸਟਾਮਿਨ ਦਾ ਮਤਲਬ ਹੁੰਦਾ ਹਿਸਟਾਮਿਨ ਖੂਨ ਦੀ ਨਾੜੀ ਨੂੰ ਖੋਲ੍ਹ ਦਿੰਦੀ ਹੈ ਅਤੇ ਖੋਤੇ ਖੂਨ ਸਪਲਾਈ ਵੱਧ ਜਾਂਦੀ ਹੈ। ਖੂਨ ਸਪਲਾਈ ਵਧੂਗੀ ਤਾਂ ਬਾਡੀ ਹੀਲ ਹੋ ਜਾਏਗੀ। ਅਤੇ ਅਸੀਂ ਕਰਦੇ ਹਾਂ ਦੇ ਸੈਟਰੇਜਿਨ ਦੇ, ਲੀਵੋਸੈਟਰੇਜਿਨ ਦੇ, ਕੁਛ ਹੋਰ ਕੁਝ ਨਾ ਕੋਈ ਏਵਲ ਸਭ ਖਾ ਜਾਂਦੇ। ਸੇਮ ਜ਼ੁਕਾਮ ਬਾਰੇ ਹੈ। ਹੁਣ ਜ਼ੁਕਾਮ ਦੀ ਦਵਾਈ ਹੈ। ਜ਼ੁਕਾਮ ਕਾਹਦੇ ਕੁਦਰਤ ਨੇ ਪੈਦਾ ਕੀਤਾ? ਤੁਹਾਡਾ ਨੱਕ ਵਗਾ ਰਹੀ, ਪਰਲਾ ਪਾਣੀ ਵਗਦਾ 2 ਦਿਨ 3 ਦਿਨ, ਬੋਲੀ ਹੈ ਨੇਚਰ ਵੀ ਤੁਹਾਡਾ ਪਾਣੀ ਪਰਲ ਵਗਾ ਰਹੀ ਹੈ। ਤੁਸੀਂ ਉਹਨੂੰ ਚੱਕ ਕੇ ਬੰਦ ਕਰ ਦਿੰਦੇ ਹੋ ਖਾ ਕੇ ਐਂਟੀਹਿਸਟਾਮਿਨਿਕ। ਉਹ ਬੇਟਾ ਸੁੱਕ ਗਿਆ, ਗੋਲੀ ਖਾਈ, ਸੁੱਕ ਗਿਆ, ਚੱਲ ਕੰਮ 'ਤੇ ਚਲੇ ਗਏ। ਇਹ ਨਹੀਂ ਪਤਾ ਵੀ ਜੋ ਸਰੀਰ ਕੱਢਣਾ ਚਾਹ ਰਿਹਾ ਸੀ ਬਾਹਰ, ਉਹ ਤਾਂ ਨਿਕਲਿਆ ਨਹੀਂ, ਉਹ ਤਾਂ ਸਰੀਰ 'ਚ ਰਹਿ ਗਿਆ। ਜੇ ਸਰੀਰ 'ਚ ਰਹਿ ਗਿਆ ਤਾਂ ਫਿਰ ਕੀ ਕਰੂਗਾ? ਉਹ ਦਮਾ ਕਰੂਗਾ, ਨਮੋਨੀਆ ਕਰੂਗਾ। ਸੀਧਾ ਜ਼ਹਿਰ ਨਾ ਹੋ ਤਾਂ ਹੀ ਕੁਦਰਤ ਬਾਹਰ ਕੱਢ ਰਹੀ ਸੀ ਇਹਨਾਂ ਨੂੰ। ਜੇ ਜ਼ਹਿਰ ਨਾ ਹੁੰਦਾ ਤਾਂ ਕੁਦਰਤ ਨੂੰ ਕੀ ਲੋੜ ਸੀ ਉਹਨਾਂ ਪਾਣੀ ਵਗਾਉਣ ਦੀ? ਦੇਖੋ ਜਦੋਂ ਜ਼ੁਕਾਮ ਲੱਗਿਆ ਹੁੰਦਾ ਤਾਂ ਪਾਣੀ ਟੁੱਟੀ ਵਾਂਗੂ ਚੱਲਦਾ ਕਈ ਵਾਰੀ, ਲਗਾਤਾਰ ਤੁਹਾਨੂੰ ਬਾਹਰ ਕੱਢਣਾ ਪੈਂਦਾ। ਉਹ ਕੁਦਰਤ ਕੀ ਕਰ ਰਹੀ ਹੈ ਕਿ ਜ਼ਹਿਰ ਇੰਨਾ ਬਣ ਰਿਹਾ, ਇੰਨੇ ਟੌਕਸਿਕ ਪ੍ਰੋਡਕਟ ਬਣ ਰਹੇ, ਸਰੀਰ ਦੀ ਕੋਸ਼ਿਸ਼ ਹੈ ਕਿ ਉਹ ਸੁੱਟੋ ਬਾਹਰ ਤਾਂ ਕਿ ਸਰੀਰ ਨੂੰ ਕੋਈ ਨੁਕਸਾਨ ਨਾ ਹੋ ਜਾਏ। ਕਿਉਂਕਿ ਸਰੀਰ ਤੁਹਾਨੂੰ ਪ੍ਰੋ ਸਰਵਾਈਵਲ ਹੈ ਅਤੇ ਪ੍ਰੋ ਕ੍ਰੀਏਸ਼ਨ ਜਿਹੜੀ ਹੁੰਦੀ ਹੈ, ਜਿਹੜੀ ਉਹਨੂੰ ਕੁਦਰਤ ਜਿਹੜੀ ਹੈ ਡਿਸਟਰਬ ਨਹੀਂ ਹੋਣ ਦੇਣਾ ਚਾਹੁੰਦੀ। ਤੁਹਾਡੇ ਸਰੀਰ ਦੇ ਅਗਲੇ ਬੱਚੇ ਤੱਕ ਜਾਣ ਵਾਲਾ ਕਿਸੇ ਸੈੱਲ ਨੂੰ ਡਿਸਟਰਬ ਨਹੀਂ ਹੋਣ ਦੇਣਾ ਚਾਹੁੰਦੀ। ਤਾਂ ਉਹ ਸਰੀਰ ਫਿਰ ਉਹਨੂੰ ਸ਼ੁੱਧ ਕਰਦੀ ਹੈ। ਉਹ ਕਿਸੇ ਨਾ ਕਿਤੇ ਜਿਹੜਾ ਵਰਤਾਰਾ ਹੁੰਦਾ, ਚਾਹੇ ਉਹ ਛਿੱਕਾਂ ਰਾਹੀਂ ਨਿਕਲਣਾ, ਚਾਹੇ ਉਹ ਖਾਂਸੀ ਰਾਹੀਂ ਨਿਕਲਣਾ, ਚਾਹੇ ਉਹ ਖਾਰਿਸ਼ ਹੋ ਕੇ ਪਾਣੀ ਵਗ ਜਾਣਾ, ਕੋਈ ਵੀ ਜਿਹੜਾ ਵਰਤਾਰਾ ਸਰੀਰ ਜਾਂ ਪੋਟੀਆਂ ਲੱਗ ਜਾਣੀਆਂ ਨੇ, ਉਲਟੀ ਆ ਜਾਣੀ ਹੈ, ਇਹ ਸਾਰੇ ਸਰੀਰ ਦੇ ਵਰਤਾਰੇ ਹੁੰਦੇ ਆ। ਇਹ ਕਿਤੇ ਨਾ ਕਿਤੇ ਕੁਦਰਤ ਦੀ ਭਾਸ਼ਾ ਹੁੰਦੇ ਆ। ਕੁਦਰਤ ਇਹਦੇ ਨਾਲ ਸਰੀਰ ਦੀ ਸਫਾਈ ਕਰਦੀ ਹੈ, ਡੀਟੌਕਸੀਫਾਈ ਕਰਦੀ ਹੈ ਜਾਂ ਹੀਲ ਕਰਦੀ ਹੈ। ਤਾਂ ਕੁਦਰਤ ਦੇ ਵਰਤਾਰੇ ਤੋਂ ਜਦੋਂ ਅਸੀਂ ਖਿਲਾਫ ਕਰ ਲਾਂਗੇ ਤਾਂ ਉਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਸਾਡਾ ਜਿਹੜਾ ਦਵਾਈਆਂ ਵਾਲਾ ਉਲਟ ਪੈਂਦਾ ਔਰ ਉਲਟ ਪੈ ਰਿਹਾ।
ਮੈਨੂੰ ਅਨੇਕਾਂ ਬਿਮਾਰੀਆਂ ਦਾ ਪਤਾ ਹੈ ਜਿਹੜੇ ਮੈਨੂੰ ਮਤਲਬ ਜ਼ੁਕਾਮ ਬਾਰੇ ਤਾਂ ਮੈਨੂੰ ਬਹੁਤ ਲੰਬੇ ਸਮੇਂ ਤੋਂ ਪਤਾ ਲੱਗਿਆ ਸੀਗਾ, ਕਿਉਂਕਿ ਮਰੀਜ਼ ਆਉਂਦੇ ਸੀਗੇ ਡਾਕਟਰ ਸਾਹਿਬ ਪਹਿਲਾਂ ਨਾ ਕਈ ਸਾਲ ਜ਼ੁਕਾਮ ਬਹੁਤ ਲੱਗਦਾ ਹੁੰਦਾ ਸੀਗਾ, ਫਿਰ ਮੈਂ ਦਵਾਈਆਂ ਖਾਧੀਆਂ, ਜ਼ੁਕਾਮ ਲੱਗਣੋਂ ਹਟ ਗਿਆ, ਦਮਾ ਹੋ ਗਿਆ। ਹੁਣ ਜ਼ੁਕਾਮ ਨਹੀਂ ਲੱਗਦਾ ਕਦੇ। ਤੁਸੀਂ ਦਮੇ ਵਾਲੇ ਕਿਹੜੇ ਪੁੱਛ ਕੇ ਦੇਖ ਲਓ, ਉਹ ਪਿੱਛੇ ਜ਼ੁਕਾਮ ਲੱਗਦਾ, ਕਹਿੰਦਾ ਨਹੀਂ ਜ਼ੁਕਾਮ ਤਾਂ ਨਹੀਂ ਲੱਗਦਾ। ਇਹਦਾ ਮਤਲਬ ਕੀ ਹੈ? ਜ਼ੁਕਾਮ ਲੱਗਦਾ ਰਹੂਗਾ ਤਾਂ ਦਮਾ ਨਹੀਂ ਹੋਊਗਾ। ਜੇ ਜਿੱਦਾਂ ਜ਼ੁਕਾਮ ਲੱਗਣਾ ਬੰਦ ਹੋ ਗਿਆ ਤਾਂ ਦਮਾ ਹੋ ਜਾਊਗਾ। ਤਾਂ ਕੁਦਰਤ ਦੀ ਇੱਕ ਬਹੁਤ ਪਿਆਰੀ ਭਾਸ਼ਾ, ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕੁਦਰਤ ਜੀ ਬਹੁਤ ਹੀ ਜਿਹੜੀ ਸਾਡੇ ਅੰਦਰ ਨੇਚਰ ਬੈਠੀ ਹੈ ਨਾ, ਸਾਡੀ ਇਸ ਬੁੱਧੀ ਨਾਲੋਂ ਉਹ ਹਜ਼ਾਰਾਂ ਗੁਣਾ ਜ਼ਿਆਦਾ ਸਿਆਣੀ ਹੈ। ਹਜ਼ਾਰਾਂ ਗੁਣਾ ਜਿਹੜੀ ਸਾਡੀ ਬੁੱਧੀ ਹੈ ਨਾ, ਉਹਦਾ ਕੁਛ ਵੀ ਨਹੀਂ ਹੈ। ਵਿਗਿਆਨ ਨੂੰ ਅਜੇ 1% ਵੀ ਕੁਦਰਤ ਦਾ ਸਮਝ ਨਹੀਂ ਆਇਆ, 99% ਤਾਂ ਅਜੇ ਵੀ ਉਹ ਹਨੇਰਾ ਹੈ। ਤਾਂ ਇਸ ਕਰਕੇ ਕੁਦਰਤ ਦੀ ਗੱਲ ਕੁਦਰਤ 'ਤੇ ਛੱਡਣੀ ਚਾਹੀਦੀ ਹੈ। ਔਰ ਕੁਦਰਤ ਦਾ ਇਲਾਜ ਜੇ ਕਰਨਾ ਵੀ ਹੈ, ਜਿੰਨਾ ਕੁ ਆਪਣੀ ਬੁੱਧੀ ਨੂੰ ਵਰਤਣਾ ਵੀ ਹੈ, ਤਾਂ ਪਹਿਲਾਂ ਦੇਖੋ ਵੀ ਕੁਦਰਤ ਦੇ ਨਿਯਮ ਦੇ ਖਿਲਾਫ ਤਾਂ ਨਹੀਂ ਜਾ ਰਿਹਾ ਮੈਂ। ਤਾਂ ਕੁਦਰਤ ਜਿੱਦਾਂ ਕਰ ਰਹੀ ਹੈ ਉੱਦਾਂ ਕਰੋ, ਉਹਦੇ ਉਲਟ ਨਾ ਕਰੋ। ਜੇ ਉੱਦਾਂ ਕਰਾਂਗੇ ਤਾਂ ਸਾਨੂੰ, ਜਿਵੇਂ ਉਦਾਹਰਨ ਦੇ ਤੌਰ 'ਤੇ ਆਪਾਂ ਪੇਨ ਕਿਲਰ, ਕੁਦਰਤ ਪੇਨ ਦੇ ਰਹੀ ਹੈ, ਹੁਣ ਪੇਨ ਨੂੰ ਹਟਾਉਣ ਦੇ ਦੋ ਤਰੀਕੇ, ਇੱਕ ਤਾਂ ਪੇਨ ਨੂੰ ਕੈਮੀਕਲੀ ਦਬਾ ਦਿਓ, ਦੂਜਾ ਤਰੀਕਾ ਹੈ ਕਿ ਪੇਨ ਨੂੰ ਤੁਸੀਂ ਉਸ ਪਾਰਟ ਦੀ ਵਰਜਿਸ਼ ਕਰ ਲਓ। ਵਰਜਿਸ਼ ਕਰਕੇ ਹੋਰ ਪੇਨ ਕ੍ਰੀਏਟ ਕੀਤੀ ਨਾ, ਇੱਕ ਵਾਰੀ ਜ਼ਿਆਦਾ ਦੁਖੇਗੀ, ਫਿਰ ਉਹ ਠੀਕ ਹੋ ਜਾਏਗੀ। ਪੇਨ ਨੂੰ ਥੋੜ੍ਹਾ ਵਧਾ ਲਓ। ਐਕੂਪ੍ਰੈਸ਼ਰ ਦੇ ਅੰਦਰ ਟੈਪਿੰਗ ਹੈ, ਟੈਪ ਕਰਕੇ ਠੀਕ ਕਰਦੇ। ਟੈਪਿੰਗ ਦਾ ਕੀ ਮਤਲਬ ਹੈ? ਟੈਪ ਕਰਕੇ ਦਰਦ ਹੋਊਗੀ ਨਾ, ਮਤਲਬ ਤੁਸੀਂ ਗੋਡੇ ਦੀ ਟੈਪਿੰਗ ਕਰ ਰਹੇ ਹੋ, ਤਾਂ ਜਿਹੜਾ ਥੋੜਾ ਤਾਂ ਦੁਖ ਰਿਹਾ ਜ਼ਿਆਦਾ ਦਊਗਾ ਨਾ, ਇੱਕ ਵਾਰੀ 5 ਮਿੰਟ 10 ਮਿੰਟ ਜ਼ਿਆਦਾ ਦੁਖਿਆ, ਉਸ ਤੋਂ ਬਾਅਦ ਠੀਕ ਹੋ ਜਾਏਗਾ। ਤਾਂ ਉਹ ਸਿੰਪਟਮ ਨੂੰ ਉਲਟਾ ਇਨਕਰੀਜ਼ ਕਰ ਲਓ। ਹੋਮੋਪੈਥੀ ਇਹੀ ਕਹਿੰਦੀ ਹੈ। ਹੋਮੋਪੈਥੀ ਦਾ ਸਿਰਫ ਪ੍ਰਿੰਸੀਪਲ ਹੀ ਹੈ ਵੀ ਆਪਣੇ ਹੋਮੋਪੈਥੀ ਕਹਿੰਦੀ ਹੈ ਜੇ ਤੁਹਾਡੀਆਂ ਲਾਮਤਾਂ ਵੱਧ ਗਈਆਂ ਤਾਂ ਸਮਝੋ ਕਿ ਦਵਾਈ ਠੀਕ ਹੈ, ਰਾਜੀ ਹੋ ਜਾਓਗੇ ਤੁਸੀਂ। ਤਾਂ ਸਾਰਾ ਜਿਹੜਾ ਬਾਕੀ ਸਿਸਟਮ ਐਲੋਪੈਥੀ ਨੂੰ ਛੱਡ ਕੇ ਸਾਰਾ ਕੀ ਕਹਿੰਦਾ ਕਿ ਸਿੰਪਟਮ ਨੂੰ ਥੋੜ੍ਹਾ ਜਿਹਾ ਹੋਰ ਵਧਾਓ ਕਿਸੇ ਤਰੀਕੇ ਨਾਲ। ਉਹੀ ਜੇ ਹਿਪੋਕਰੇਟਸ ਕਹਿੰਦਾ ਗਿਵ ਮੀ ਫੀਵਰ ਆਈ ਵਿਲ ਕਿਉਰ ਐਵਰੀ ਡਿਜ਼ੀਜ਼, ਕਿ ਬੁਖਾਰ ਦੇ ਦਿਓ ਮੈਨੂੰ, ਮੈਂ ਹਰ ਚੀਜ਼ ਠੀਕ ਕਰ ਦੂੰਗਾ। ਕਿ ਬੁਖਾਰ ਐਸੀ ਚੀਜ਼ ਹੈ, ਕਹਿੰਦੇ 104 ਬੁਖਾਰ ਅਗਰ ਹੋ ਜੇ ਤਾਂ ਸਮਝੋ ਬਿਮਾਰੀ ਗਈ। ਔਰ 104 ਬੁਖਾਰ ਤੇ ਨੋਨ ਹੈ ਕਿ ਜੇ 1 ਘੰਟਾ 104 ਬੁਖਾਰ ਰਹਿ ਗਿਆ, ਉਹਦੀ 1 ਸਾਲ ਉਮਰ ਵੱਧ ਜਾਂਦੀ, ਕਹਿੰਦੇ 1 ਸਾਲ ਉਮਰ ਵੱਧ ਜਾਂਦੀ ਬੰਦੇ ਦੀ। ਤਾਂ ਇਸ ਕਰਕੇ ਇਹ ਜਿਹੜਾ ਵਰਤਾਰਾ ਕੁਦਰਤ ਦਾ, ਕੁਦਰਤ ਸਾਡੇ ਨਾਲ ਹਜ਼ਾਰਾਂ ਗੁਣਾ ਜ਼ਿਆਦਾ ਸਿਆਣੀ ਹੈ। ਕੁਦਰਤ ਸਾਡੀ ਮਾਂ ਹੈ, ਉਸ ਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕੁਦਰਤ ਦੀ ਭਾਸ਼ਾ ਦੇਖੋ, ਆਪਣੇ ਅੰਦਰ ਝਾਕੋ ਕਿ ਕੁਦਰਤ ਕੀ ਕਰ ਰਹੀ ਹੈ, ਫਿਰ ਕੁਦਰਤ ਦਾ ਵਿਰੋਧ ਨਾ ਕਰੋ। ਅਸੀਂ ਦਵਾਈਆਂ ਦੇ ਮਾਮਲੇ ਤਾਂ ਬਹੁਤ ਹੀ ਕੁਦਰਤ, ਐਲੋਪੈਥਿਕ ਦਵਾਈਆਂ ਸਾਰੀਆਂ ਕੁਦਰਤ ਦੇ ਵਿਰੋਧੀ ਨੇ। ਤਾਂ ਕੁਦਰਤ ਦਾ ਵਿਰੋਧ ਨਾ ਕਰੀਏ ਆਪਾਂ, ਤਾਂ ਹੀ ਆਪਾਂ ਨੂੰ ਸਾਰੀਆਂ ਡਿਗਰੀਆਂ ਛੱਡ ਕੇ ਜਿਹੜੀ ਨੈਚੁਰੋਪੈਥੀ ਅਡੋਪਟ ਕੀਤੀ ਹੈ, ਉਹ ਇਸੇ ਸਮਝ 'ਚੋਂ ਕੀਤੀ ਹੈ। ਡਾਕਟਰ ਸਾਹਿਬ ਹੁਣ ਆਈਏ, ਦਵਾਈਆਂ ਕਿਸ ਤਰੀਕੇ ਨਾਲ ਖਰਾਬ ਕਰ ਰਹੀਆਂ ਨੇ, ਅਤੇ ਡਾਈਟ ਜਿਹੜੀ ਹੈ ਉਹ ਫਿਰ ਜਦੋਂ ਤੁਸੀਂ ਅਪਣਾਈ ਹੈ ਅਤੇ ਕਿਵੇਂ ਲੱਗਦਾ ਕਿ ਡਾਈਟ ਜਿਹੜੀ ਹੈ ਫਿਰ ਉਹ ਕਿਸ ਤਰ੍ਹਾਂ ਕਾਰਗਰ ਸਿੱਧ ਹੋਣੀ ਸ਼ੁਰੂ ਹੋਈ ਹੈ? ਅੱਜ ਜਿਹੜੀ ਆਪਾਂ ਗੱਲ ਆਹੀ ਕੀਤੀ ਸੀ ਨਾ, ਡਾਈਟ ਜਿਹੜੀ ਹੈ, ਡਾਈਟ ਇੱਕ ਗੱਲ ਹੈ, ਅਤੇ ਬਾਕੀ ਜਿਹੜੇ ਜੀਵਨ ਜਾਂਚ ਦੀਆਂ ਕੁਛ ਹੋਰ ਗੱਲਾਂ, ਉਹ ਸਾਰੀਆਂ ਕਿਤੇ ਨਾ ਕਿਤੇ ਜੜ੍ਹ 'ਤੇ ਕੰਮ ਕਰਦੀਆਂ ਨੇ। ਬਿਮਾਰੀ ਦੀ ਜੜ੍ਹ 'ਤੇ ਕੰਮ ਕਰਦੀਆਂ, ਸਿੰਪਟਮ 'ਤੇ ਕੰਮ ਨਹੀਂ ਕਰਦੀਆਂ। ਸੋ ਸਿੰਪਟਮ ਕਈ ਵਾਰੀ ਜ਼ਿਆਦਾ ਹੋ ਜਾਂਦੇ ਆ ਕੁਛ ਚੀਜ਼ਾਂ। ਜਦੋਂ ਆਪਾਂ ਟੈਪਿੰਗ ਦੀ ਗੱਲ ਕੀਤੀ, ਐਕੂਪ੍ਰੈਸ਼ਰ ਦੇ ਅੰਦਰ ਵੀ ਇੱਕ ਉਹਨੂੰ ਹੈਮਰਿੰਗ ਕਹਿੰਦੇ ਆ, ਕਿ ਪੇਨਫੁਲ ਜੁਆਇੰਟ ਨੂੰ ਹੈਮਰ ਕਰਦੇ ਹੋ। ਹੈਮਰ ਨਾਲ ਬਹੁਤ ਦਰਦ ਹੁੰਦੀ ਇੱਕ ਵਾਰੀ, ਨਹੀਂ ਹੈਮਰ ਉਹਦੇ ਸੂਈਆਂ ਵਾਲਾ ਹੈਮਰ ਵੀ ਹੁੰਦਾ, ਜਿੱਦਾਂ ਪੱਛਾਂ ਲਾਉਂਦੇ ਸੀ, ਪੱਛਾਂ ਆਪਣੇ ਪੁਰਾਣੇ ਕਲਚਰ ਹੈਗਾ, ਪੱਛਾ ਲਾ ਦਿਓ। ਤਾਂ ਉਹਦਾ ਇੱਕ ਤਰੀਕਾ ਐਕੂਪ੍ਰੈਸ਼ਰ 'ਚ ਹੈ, ਉਹਦਾ ਇੱਕ ਹੈਮਰ ਹੁੰਦਾ, ਉਹ 'ਚ 20-25 ਨੀਡਲਸ ਹੁੰਦੀਆਂ, ਬਰੀਕ। ਉਹਨੂੰ ਪੱਛ ਵਾਂਗੂ ਉਸ ਜੁਆਇੰਟ ਦੇ ਆਲੇ ਅਸੀਂ ਪੱਛ ਲਾ ਦਿੰਦੇ ਹਾਂ, ਅਤੇ ਉਹ ਕੀ ਹੁੰਦਾ, ਉਹ ਜਲਦੀ ਠੀਕ ਹੋ ਜਾਂਦਾ। ਸੋ ਸਿੰਪਟਮ ਇਨਕਰੀਜ਼ ਕਰਦਾ ਸੀ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਵਰਤਾਰਾ ਹੈ, ਜੜ੍ਹ 'ਤੇ ਕੰਮ ਕਰਦਾ ਹੈ ਅਤੇ ਸਿੰਪਟਮ ਸਗੋਂ ਉਲਟਾ ਵਧਾ ਦਿੰਦਾ ਹੈ। ਤਾਂ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਜਲਦੀ ਠੀਕ ਹੋ ਜਾਂਦਾ। ਤਾਂ ਜਿਹੜਾ ਡਾਈਟ ਵੀ ਇਹੀ ਕੰਮ ਕਰਦੀ ਆ, ਕਿ ਡਾਈਟ ਜਦੋਂ ਖਾਵਾਂਗੇ ਆਪਾਂ, ਤਾਂ ਡਾਈਟ ਜਿਹੜੀ ਜੜ੍ਹ ਹੈ ਬਿਮਾਰੀ ਦੀ, ਸਪੋਜ਼ ਤੁਹਾਡੀ ਇਮਿਊਨਿਟੀ ਠੀਕ ਨਹੀਂ ਹੈ, ਤਾਂ ਇਮਿਊਨਿਟੀ ਨੂੰ ਵਧਾਏਗੀ। ਉਹ ਇਮਿਊਨਿਟੀ ਨੂੰ ਵਧਾ ਕੇ ਜਿਹੜੀ ਬਿਮਾਰੀ ਨੂੰ ਠੀਕ ਕਰ ਲੇਗੀ। ਉਹ ਤਾਂ ਕੁਦਰਤ ਵੀ ਇਹੀ ਕੋਸ਼ਿਸ਼ ਕਰ ਰਹੀ ਸੀ ਪਹਿਲਾਂ। ਜਦੋਂ ਵੀ ਕੋਈ ਬਿਮਾਰੀ ਅੰਦਰ, ਕੋਈ ਬੈਕਟੀਰੀਆ ਵੜ ਗਿਆ ਤੁਹਾਡੇ ਅੰਦਰ, ਜਾਂ ਵਾਇਰਸ ਵੜ ਗਈ, ਤਾਂ ਕੁਦਰਤ ਪਹਿਲਾਂ ਹੀ ਲੱਗੀ ਹੁੰਦੀ ਕਿ ਇਮਿਊਨਿਟੀ ਫਟਾਫਟ ਵਧਾਓ, ਤਾਂ ਕਿ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ। ਤੁਸੀਂ ਹੁਣ ਡਾਈਟ ਅੱਛੀ ਖਾ ਲਈ, ਮਤਲਬ ਡਾਈਟ ਅੱਛੀ ਕੀ ਹੈ, ਮਤਲਬ ਬੁਖਾਰ ਹੋ ਗਿਆ ਸਾਨੂੰ, ਵਾਇਰਲ ਫੀਵਰ ਹੈ, ਜੇ ਆਪਾਂ ਲੇਟੈਸਟ ਬਿਮਾਰੀ ਦੇ ਉਦਾਹਰਨ ਲੈ ਲਈਏ, ਉਦਾਹਰਨ ਨਾਲ ਜ਼ਿਆਦਾ ਬੈਟਰ ਸਮਝਾਉਂਦੀ ਗੱਲ, ਮਤਲਬ ਵਾਇਰਲ ਫੀਵਰ ਹੈ, ਫਲੂ ਹੈ। ਤਾਂ ਜਦੋਂ ਫਲੂ ਦੀ ਵਾਇਰਸ ਅੰਦਰ ਜਾਂਦੀ ਤਾਂ ਸਰੀਰ ਸ਼ੁਰੂ ਕਰ ਲੈਂਦਾ ਆਪਣਾ ਕੰਮ,
ਤੁਹਾਨੂੰ ਜ਼ੁਕਾਮ ਲੱਗ ਗਿਆ, ਸਰੀਰ ਬਾਹਰ ਸਿੱਟ ਰਿਹਾ, ਖਾਂਸੀ ਲੱਗ ਗਈ, ਅੰਦਰ ਕੋਈ ਜਿਹੜੀ ਜਾਣ ਦੀ ਕੋਸ਼ਿਸ਼ ਕਰ ਰਹੀ ਖਾਂਸੀ ਨਾਲ ਕੱਢੇਗਾ। ਜਿਹੜੀ ਇੱਥੇ ਸੀ ਉਹ ਛਿੱਕਾਂ ਨਾਲ ਨਿਕਲੂਗੀ, ਨੱਕ ਵਗ ਕੇ ਨਿਕਲੂਗੀ, ਤੇ ਅੰਦਰ ਸੀ ਉਹ ਖਾਂਸੀ ਨਾਲ ਨਿਕਲੇਗੀ, ਬਲਗਮ ਨਾਲ ਨਿਕਲੇਗੀ। ਠੀਕ ਹੈ, ਉਹ ਤਾਂ ਕਰ ਰਿਹਾ ਕੋਸ਼ਿਸ਼ ਆਲਰੇਡੀ। ਫਿਰ ਸਰੀਰ ਸਾਰੀ ਇਮਿਊਨਿਟੀ ਨੂੰ ਪੂਰਾ ਵਾਰ ਫੁਟਿੰਗ 'ਤੇ ਲਿਆ ਰਿਹਾ ਵੀ ਇਹ ਜਿਹੜੀ ਵਾਇਰਸ ਆ ਗਈ ਹੈ, ਇਹ ਖਤਰਾ ਹੈ, ਇਹਨੂੰ ਖਤਮ ਕਰੋ, ਬਾਹਰ ਕੱਢੋ। ਤਾਂ ਪੂਰਾ ਸਰੀਰ ਜਿਹੜਾ ਕੱਲਾ ਕੱਲਾ ਸੈੱਲ ਲੱਗ ਜਾਂਦਾ ਹੈ। ਉਹ ਨਿਕਲੇ ਸੈੱਲਾਂ ਦੇ ਨਾਲ ਉਹ ਸਾਡੇ ਦੋਸਤ ਵੀ ਲੱਗ ਜਾਂਦੇ ਆ। ਦੋਸਤ ਵੀ ਇਮਿਊਨਿਟੀ ਫਟਾਫਟ ਪ੍ਰੋਡਿਊਸ ਕਰਦੇ ਆ। ਕੌਣ ਦਾ ਘਰ ਹੈ? ਅਸੀਂ ਉਹਨਾਂ ਨੂੰ ਸਮਝਦੇ ਹਾਂ ਸਾਡੇ ਸਰੀਰ ਦਾ ਹਿੱਸਾ ਨਹੀਂ ਹੈ, ਲੋਕ ਤਾਂ ਨਹੀਂ ਸਮਝਦੇ ਨਾ। ਉਹ ਤਾਂ ਕਹਿੰਦੇ ਅਸੀਂ ਉਹ ਤੇਰਾ ਹਿੱਸਾ ਉਹਨਾਂ ਦਾ ਘਰ ਹੈ। ਉਹ ਆਪਣੇ ਘਰ ਨੂੰ ਬਚਾਉਂਦੇ, ਉਹ ਵੀ ਉਹ ਮਾਰਨਗੇ ਥੋੜ੍ਹਾ ਕਿਤੇ। ਜਦੋਂ ਘਰ ਨੂੰ ਬਚਾਉਂਦੇ ਤਾਂ ਉਹ ਵੀ ਲੱਗ ਜਾਂਦੇ, ਉਹ ਵੀ ਇਮਿਊਨਿਟੀ ਪ੍ਰੋਡਿਊਸ ਕਰਦੇ ਆ। ਇਸ ਤਰ੍ਹਾਂ ਦਾ ਫੂਡ ਅਸੀਂ ਮੰਨ ਲਓ ਖਾਣਾ ਪੀਣਾ ਬੰਦ ਕਰਾ ਦਿੰਦੇ ਹਾਂ। ਅਸੀਂ ਕਹਿੰਦੇ ਵੀ ਠੋਸ ਖਾਣਾ ਬੰਦ ਕਰ ਦਿਓ। ਠੋਸ ਖਾਣਾ ਬੰਦ ਕੀਤਾ ਤਾਂ ਕੀ ਹੋਊਗਾ ਕਿ ਤੁਹਾਡੇ ਸਰੀਰ ਦੀ 70% ਐਨਰਜੀ ਜਿਹੜੀ ਸੀ ਖਾਣੇ 'ਚ ਲੱਗ ਰਹੀ ਸੀ, ਹੁਣ ਉਹ ਵੀ ਉੱਧਰ ਲੱਗੀ ਇਮਿਊਨਿਟੀ ਬਣਾਉਣ 'ਚ। ਤਾਂ ਜਿਹੜੀ 30% ਇਮਿਊਨਿਟੀ ਬਣਾ ਰਹੀ ਸੀ, ਹੁਣ 100% ਇਮਿਊਨਿਟੀ ਬਣਾਉਣ 'ਤੇ ਲੱਗ ਗਈ। ਤੁਸੀਂ ਠੋਸ ਖਾਣਾ ਬੰਦ ਹੀ ਕਰਤਾ। ਕੋਈ ਰੋਟੀ ਨਹੀਂ ਖਾਣੀ, ਸਬਜ਼ੀ ਨਹੀਂ ਖਾਣੀ, ਕੋਈ ਵੀ ਇਹੋ ਜਿਹਾ ਖਾਣਾ ਨਹੀਂ ਖਾਣਾ ਜਿਹੜਾ ਹਜਮ ਕਰਨਾ ਪਵੇ ਸਰੀਰ ਨੂੰ। ਸਿੱਧਾ ਉਹ ਖਾਓ ਪੀਓ ਜਿਹੜਾ ਸਿੱਧਾ ਖੂਨ 'ਚ ਜਾਵੇ। ਨਾਰੀਅਲ ਪਾਣੀ ਪੀਓ, ਜੂਸ ਪੀਓ, ਕਾੜਾ ਪੀ ਲਓ। ਠੀਕ ਹੈ, ਸੋ ਇਹੋ ਜਿਹੀ ਚੀਜ਼ਾਂ ਅਸੀਂ ਦੇਣ ਲੱਗ ਜਾਂਦੇ ਹਾਂ। ਨਿੰਬੂ ਪਾਣੀ ਪੀ ਲਓ। ਉਹਦਾ ਕੀ ਹੈ, ਉਹ ਹਜਮ ਨਹੀਂ ਹੋਣਾ। ਉਹ ਤਾਂ ਸਿੱਧਾ ਹੀ ਜਾਣਾ ਹੈ ਖੂਨ 'ਚ ਰਚ ਮਿਚ ਕੇ। ਉਹਨੇ ਅੰਦਰ ਜਿਹੜਾ ਪੋਜ਼ੀਟਿਵ ਕੰਮ ਕਰਨੇ ਉਹ ਵੱਖਰੇ ਨੇ, ਲੇਕਿਨ ਇੱਕ ਗੱਲ ਹੋ ਗਈ ਕਿ ਜਿਹੜਾ ਖਾਣੇ ਪਹੁੰਚਾਉਣ ਵਾਲਾ ਕੰਮ ਸੀਗਾ ਉਹ ਬੰਦ ਹੋ ਗਿਆ। ਤਾਂ ਇਸ ਤਰ੍ਹਾਂ ਭੋਜਨ ਦੀ ਜਿਹੜੀ ਹੁੰਦੀ ਹੈ ਕਿ ਉਹ ਕੁਦਰਤ ਦੇ ਨਾਲ ਉਹ ਲੈਂਦਾ। ਜਿਹੜੀਆਂ ਬਾਕੀ ਸਾਰੀਆਂ ਚੀਜ਼ਾਂ ਨੇ ਸਣੇ ਐਲੋਪੈਥੀ ਨੂੰ ਛੱਡ ਕੇ ਜਿੰਨੇ ਵੀ ਹੀਲ ਕਰਨ ਦੇ ਤਰੀਕੇ ਨੇ, ਚਾਹੇ ਉਹ ਡਾਈਟ ਹੈ, ਚਾਹੇ ਉਹ ਮੈਡੀਸਨਲ ਪਲਾਂਟਸ ਨੇ, ਚਾਹੇ ਉਹ ਕੋਈ ਐਕੂਪ੍ਰੈਸ਼ਰ, ਐਕੂਪੰਕਚਰ, ਨੈਚੁਰੋਪੈਥੀ, ਹੋਮੋਪੈਥੀ, ਆਯੁਰਵੇਦ, ਸਾਰੇ ਹੀ ਉਹ ਨੇਚਰ ਦੇ ਨਾਲ ਉਹ ਲੈਂਦੇ ਆ। ਜੋ ਨੇਚਰ ਕਰ ਰਹੀ ਹੈ ਉਹੀ ਕੁਛ ਉਹ ਕਰਨਾ ਸ਼ੁਰੂ ਕਰ ਦਿੰਦੇ ਆ। ਅਤੇ ਉਹ ਕਹਿੰਦੇ ਜੇ ਇੱਕ ਦੀ ਬਜਾਏ ਇੱਕ ਹੋਰ ਰਲ ਗਿਆ ਤਾਂ 11 ਹੋ ਗਏ। ਤਾਂ ਐਂ ਹੁੰਦਾ ਇੱਕ +1 11 ਹੋ ਜਾਂਦੇ ਆ। ਉੱਧਰ ਕੀ ਹੁੰਦਾ, ਉਹ ਇੱਕ ਨੂੰ ਵੀ ਪਿੱਛੇ ਖਿੱਚਣਾ ਸ਼ੁਰੂ ਕਰ ਦਿੰਦੇ ਆ। ਜਿਹੜੇ ਕੈਮੀਕਲ ਦਵਾਈਆਂ ਨੇ, ਉਹ ਜਿਹੜਾ ਇੱਕ ਲੱਗਿਆ ਹੁੰਦਾ ਉਹਨੂੰ ਵੀ ਉਹਦੇ ਪਿੱਛੇ ਵੀ ਰਸਾ ਪਾ ਲੈਂਦੇ ਆ ਵੀ ਤੂੰ ਕਿੱਥੇ ਚੱਲਿਆ, ਅਸੀਂ ਤਾਂ ਉਲਟਾ ਉਹਨੂੰ ਵੀ ਕੰਮ ਨਹੀਂ ਕਰਨ ਦਿੰਦੇ। ਤਾਂ ਉਹ ਕਿਤੇ ਨਾ ਕਿਤੇ ਮਤਲਬ ਡਬਲ ਬੈਨੀਫਿਟ ਹੋ ਗਿਆ ਨਾ। ਇੱਕ ਤਾਂ ਉਹ ਦਖਲਅੰਦਾਜ਼ੀ ਬੰਦ ਹੋ ਗਈ, ਜਿਹੜੀ ਦਖਲਅੰਦਾਜ਼ੀ ਫਾਲਤੂ ਸੀ, ਐਂਟੀ ਨੇਚਰ ਸੀ। ਦੂਜੀ ਗੱਲ ਉਹ ਨਾਲ ਉਹ ਵੀ ਧੱਕਾ ਲਾਉਣ ਚਾਹੁੰਦੇ ਵੀ ਆ ਜਾਓ ਤੁਸੀਂ ਵੀ ਕੱਢੋ ਬਾਹਰ। ਇਸ ਕਰਕੇ ਇਹ ਬੇਸਿਕ ਡਿਫਰੈਂਸ ਹੈ ਜਿਹੜੀਆਂ ਬਾਕੀ ਤਰੀਕੇ ਨਾਲ ਹੀਲ ਕਰਨ ਦੇ ਡਾਈਟ ਸਮੇਤ ਔਰ ਜਿਹੜੀ ਐਲੋਪੈਥੀ ਹੈ। ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਵੀ ਕੋਈ ਦਵਾਈ ਜਾਂ ਕੋਈ ਵੀ ਇਲਾਜ ਕਰਨ ਦੀ ਪ੍ਰਣਾਲੀ ਜੇ ਅਲਾਮਤ ਵਧਾ ਦੇਵੇ ਤਾਂ ਸਮਝੋ ਕਿ ਉਹ ਦਵਾਈ ਜਿਹੜੀ ਠੀਕ ਕੰਮ ਕਰ ਰਹੀ ਹੈ। ਤਾਂ ਸਵਾਲ ਇੱਥੇ ਪੈਦਾ ਹੁੰਦਾ ਕਿ ਕੋਈ ਵੀ ਬੰਦਾ ਇਹ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹੁੰਦਾ ਕਿ ਮੇਰੀ ਖਾਂਸੀ ਵੱਧ ਜੇ। ਮੈਂ ਤਾਂ ਇਲਾਜ ਕਰਾਉਣ ਗਿਆ ਸੀਗਾ ਜੀ, ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਲਈ ਅਤੇ ਮੇਰੀ ਤਾਂ ਖਾਂਸੀ ਉਲਟਾ ਵੱਧ ਗਈ। ਮੈਂ ਤਾਂ ਜੀ ਫਿਰ ਮੈਂ ਕੀ ਕਰਾਂ ਜੀ, ਮੈਂ ਤਾਂ ਫਿਰ ਕਿਤੇ ਹੋਰ ਕੋਲ ਜਾਣਾ। ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹ ਕੋਲ ਜੀ ਮੈਂ ਦੋਸ਼ੀ ਮਰੀਜ਼ਾਂ ਨੂੰ ਘੱਟ ਮੰਨਦਾ। ਮਰੀਜ਼ਾਂ ਨੂੰ ਵੀ ਸਿਆਣੇ ਹੋਣਾ ਚਾਹੀਦਾ, ਕਿਉਂਕਿ ਮੂਰਖ ਬਣਨਾ ਵੀ ਜੋ ਕੋਈ ਬਹਾਦਰੀ ਨਹੀਂ ਹੁੰਦਾ। ਜੇ ਤੁਹਾਨੂੰ ਕੋਈ ਮੂਰਖ ਬਣਾ ਰਿਹਾ ਕੰਪਨੀ ਵਾਲਾ ਅਤੇ ਤੁਸੀਂ ਮੂਰਖ ਬਣੀ ਜਾ ਰਹੇ ਹੋ ਤਾਂ ਫਿਰ ਤੁਹਾਡੀ ਮਰਜ਼ੀ ਹੈ, ਬਣ ਜਾਓ। ਵੀ ਜੇ ਬੱਕਰਾ ਕੱਟਣ ਨੂੰ ਤਿਆਰ ਹੈ ਅਤੇ ਕੱਟਣ ਵਾਲਾ ਕੱਟਣ ਨੂੰ ਤਿਆਰ ਹੈ ਤਾਂ ਫਿਰ ਤਾਂ ਕੋਈ ਬਚਾ ਨਹੀਂ ਸਕਦਾ ਉਹਨੂੰ। ਸੋ ਇਹਦੇ 'ਚ ਉਹ ਲੇਕਿਨ ਜ਼ਿਆਦਾ ਕਸੂਰ ਜਿਹੜਾ ਜ਼ਿਆਦਾ ਦੋਸ਼ ਹੈ ਉਹਨਾਂ ਕੰਪਨੀਆਂ ਦਾ, ਉਹਨਾਂ ਡਾਕਟਰਾਂ ਦਾ, ਜਿਹੜੇ ਕਿ ਇਸ ਗੱਲ ਤੋਂ ਅਵੇਅਰ ਨਹੀਂ ਕਰਦੇ। ਜਿਹੜੇ ਆਪਣੇ ਪ੍ਰੋਫਿਟਸ ਖਾਤਰ, ਆਪਣੇ ਮੁਨਾਫਿਆਂ ਦੇ ਖਾਤਰ ਇਹੋ ਜਿਹੇ ਤਰੀਕੇ ਲੈ ਕੇ ਆਉਂਦੇ ਆ ਜਿਹੜੇ ਕਿ ਐਂਟੀ ਨੇਚਰ ਨੇ। ਅਤੇ ਉਹਦੇ ਅੰਦਰ ਆਪਾਂ ਉਹਨਾਂ ਨੂੰ ਦੋਸ਼ੀ ਜ਼ਿਆਦਾ ਕਹਾਂਗੇ, ਕਿਉਂਕਿ ਉਹਨਾਂ ਨੇ ਵਪਾਰਕ ਹਿੱਤ ਨੇ, ਉਹਨਾਂ ਦੇ ਆਪਣੇ ਆਰਥਿਕ ਹਿੱਤ ਨੇ। ਮਰੀਜ਼ ਦਾ ਇੰਨਾ ਕਸੂਰ ਹੈ ਕਿ ਉਹ ਚੇਤਨ ਨਹੀਂ ਹੈ ਕਿ ਉਹ ਬੇਵਕੂਫ ਬਣ ਰਿਹਾ। ਸੋ ਇਸ ਕਰਕੇ ਉਹਦੇ 'ਚ ਮਤਲਬ ਮੈਂ ਸਮਝਦਾ ਕਿ ਦੋਸ਼ੀ ਜ਼ਿਆਦਾ ਮੈਡੀਕਲ ਪ੍ਰੋਫੈਸ਼ਨ ਹੈ ਜਾਂ ਕੰਪਨੀਆਂ ਨੇ ਜਿਹੜੀਆਂ ਜਾਣਦੀਆਂ ਬੁੱਝਦੀਆਂ ਇਹ ਸਾਰਾ ਕੁਝ ਕਰ ਰਹੀਆਂ ਨੇ। ਮਰੀਜ਼ ਭੋਲੇ ਪੰਚ ਕਰਦਾ, ਉਹਨੂੰ ਲੱਗਦਾ ਕਿ ਮੈਨੂੰ ਸ਼ਾਇਦ ਕੋਈ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਏਗਾ, ਫਾਇਦਾ ਹੋਏਗਾ। ਉਹ ਇਹ ਗੱਲ ਦਾ ਪੂਰਾ ਚਿੰਤਨ ਨਹੀਂ ਹੈ। ਹੁਣ ਚਿੰਤਨ ਹੋ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਜਿਹੜੇ ਸਾਡੇ ਕੋਲ ਆਪਣੇ ਕੋਲ ਲੋਕ ਆ ਰਹੇ ਹੈ, ਉਹ ਇੰਨੀਆਂ ਲੰਬੇ ਸਾਲਾਂ ਬੱਧੀ ਦੀਆਂ ਦਵਾਈਆਂ ਖਾ ਕੇ ਖਰਚਾ ਕਰਕੇ ਫਿਰ ਆ ਰਹੇ ਨਾ। ਉਹ ਲੋਕ ਨੇ ਜਿਹੜੇ ਕਿ ਹੁਣ ਸ਼ਿਫਟ ਕਰ ਰਹੇ। ਅਤੇ ਆਉਣ ਵਾਲਾ ਸਮਾਂ ਕਲਵੰਜੀ ਇਹੋ ਜਿਹਾ ਹੁਣ ਆ ਰਿਹਾ ਕਿ ਇਹਨਾਂ ਲੋਕਾਂ ਦੀ ਗਿਣਤੀ ਵਧੀ ਜਾਣੀ ਹੈ, ਕਿਉਂਕਿ ਹਰ ਝੂਠ ਦਾ ਇੱਕ ਅੰਤ ਹੁੰਦਾ। ਇਹ ਐਲੋਪੈਥਿਕ ਸਿਸਟਮ ਜਿਹੜਾ ਕਿ ਬਹੁਤ ਵੱਡਾ ਝੂਠ ਹੈ। ਮੈਂ ਸਾਰਾ ਨਹੀਂ ਕਹਿੰਦਾ ਕਿ 100% ਝੂਠ ਹੈ, ਉਹਦੇ ਅੰਦਰ ਬਹੁਤ ਸੁੰਦਰ ਚੀਜ਼ਾਂ ਨੇ, ਲੇਕਿਨ ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਧੋਖਾਧੜੀ ਹੈ, ਝੂਠ ਹੈ,
ਉਹਦੇ ਅੰਦਰ ਬਹੁਤ ਓਲਾ ਹੈ, ਉਹਦੇ ਅੰਦਰ ਲੁੱਟ ਖਸੁੱਟ ਹੈ, ਤਾਂ ਬਹੁਤ ਵੱਡਾ ਹਿੱਸਾ ਜੇ ਆਪਾਂ 70-30 ਲਾ ਲਈਏ ਤਾਂ ਕੋਈ ਅੱਤ ਦੀ ਰੇਸ਼ੋ ਨਹੀਂ ਹੋਊਗੀ। ਤੇ 70% ਅੱਜ 30% ਐਲੋਪੈਥੀ ਦੇ ਜਿਹੜੇ ਮੈਥਡ ਨੇ ਉਹ ਆਪਾਂ ਜੈਨੂਨ ਕਹਿ ਸਕਦੇ ਹਾਂ, ਲੇਕਿਨ 70% ਜਿਹੜੇ ਨੇ ਉਹ ਨੇ ਜਿਹੜੇ ਕਿ ਬੋਗਸ ਨੇ, ਨੁਕਸਾਨਦੇਹ ਨੇ, ਜਿਨ੍ਹਾਂ ਨੂੰ ਨਹੀਂ ਲਿਆਉਣਾ ਚਾਹੀਦਾ ਸੀਗਾ, ਸਿਰਫ ਵਪਾਰਕ ਹਿੱਤਾਂ ਦੀ ਪੂਰਤੀ ਖਾਤਰ ਲਿਆਂਦਾ ਗਿਆ ਉਹਨਾਂ ਨੂੰ, ਔਰ ਮੈਡੀਕਲ ਪ੍ਰੋਫੈਸ਼ਨ ਨੂੰ ਆਪਣਾ ਇੱਕ ਫਰੰਟਲ ਟੂਲ ਬਣਾ ਕੇ ਇਹਨਾਂ ਨੇ ਜਿਹੜਾ ਸਾਰਾ ਇੱਕ ਜਿਹੜਾ ਕਰ ਰਹੇ ਆ। ਸਾਡੇ ਸਾਹਮਣੇ ਜਿਹੜੀ ਆ ਬਿਮਾਰੀ ਫੈਲੀ ਹੈ, ਇਹਦੇ ਜਿੰਨਾ ਪ੍ਰੋਟੋਕੋਲ ਆਇਆ ਸਾਰਾ ਹੀ ਸਾਰਾ ਬੋਗਸ ਹੈ। ਇੱਕ ਤੋਂ ਬਾਅਦ ਇੱਕ ਪਹਿਲਾਂ ਕਹਿਤਾ ਆਹ ਕਰ ਦਿਓ, ਫਿਰ ਕਹਿੰਦੇ ਨਹੀਂ ਉਹ ਨਹੀਂ ਕਰਨਾ, ਆਹ ਕਰ ਦਿਓ, ਫਿਰ ਕਹਿੰਦੇ ਉਹ ਨਹੀਂ ਕਰਨਾ, ਆਹ ਕਰ ਦਿਓ। ਕੱਲੀ ਚੀਜ਼ ਪਹਿਲਾਂ ਲਿਆਂਦੀ, ਉਹਨੂੰ ਬੜਾ ਪ੍ਰਚਾਰ ਕੀਤਾ ਵੀ ਇਹ ਤਾਂ ਜੀ ਹੁਣ ਤੁਸੀਂ ਬਚ ਜਾਏਗੀ ਮਨੁੱਖਤਾ, ਫਿਰ ਉਹ ਕਹਿੰਦੇ ਵੀ ਨਾ ਜੀ ਇਹ ਤਾਂ ਬੈਨ ਕਰ ਦਿਓ। ਉਹੀ ਚੀਜ਼ ਜਿਹੜੇ ਲੈ ਕੇ ਆਉਂਦੇ ਉਹੀ ਬੈਨ ਕਰਦੇ ਰਹੇ। ਕੋਈ ਸਾਇੰਸ ਹੈ? ਇਹ ਵਿਗਿਆਨ ਇਹ ਥੋੜ੍ਹਾ ਹੁੰਦਾ ਵੀ ਤੁਸੀਂ ਅੱਜ ਕਹਿ ਰਹੇ ਹੋ ਤਾਂ 4 ਦਿਨਾਂ ਬਾਅਦ ਤੁਸੀਂ ਮੁੱਕਰ ਰਹੇ ਹੋ। ਇਹ ਵਿਗਿਆਨ ਹੈ। ਤੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਕੌਣ ਜ਼ਿੰਮੇਵਾਰ? ਕੋਈ ਨਹੀਂ ਪੁੱਛਦਾ, ਨਹੀਂ ਉਹਨਾਂ ਨੂੰ ਕੋਈ ਭਰਪਾਈ ਨਹੀਂ ਉਹਨਾਂ ਦੀ। ਇਸ ਕਰਕੇ ਇਹ ਜਿਹੜਾ ਵਤਾਰਾ ਨਾ ਕਿਤੇ ਐਲੋਪੈਥੀ ਦਾ, ਇਹਦੇ 'ਚ ਮੈਂ ਸਮਝਦਾ ਕਿ ਦੋਸ਼ੀ ਜ਼ਿਆਦਾ ਜਿਹੜੀਆਂ ਕੰਪਨੀਆਂ ਨੇ ਸਭ ਤੋਂ ਵੱਡੀਆਂ, ਜਿਹੜੀਆਂ ਕਿ ਜਾਣ ਬੁੱਝ ਕੇ ਸਭ ਕੁਝ ਕਰ ਰਹੀਆਂ ਨੇ। ਫਿਰ ਉਸ ਤੋਂ ਬਾਅਦ ਫਿਰ ਥੱਲੇ ਜਿਵੇਂ ਜਿਹੇ ਆਈ ਹੋਗੇ, ਜਿਵੇਂ ਵੱਡੇ ਬੈਨੀਫਿਟਰ ਨੇ, ਉਹਨਾਂ ਦਾ ਫਰਜ਼ ਬਣਦਾ ਕਿ ਤੁਸੀਂ ਆਪਾਂ ਮਰੀਜ਼ਾਂ ਨੂੰ ਘੱਟ ਤੋਂ ਘੱਟ ਦਈਏ ਉਹ ਦਵਾਈਆਂ ਜਿਹੜੀਆਂ ਨੁਕਸਾਨ ਕਰਦੀਆਂ, ਅਤੇ ਵੱਧ ਤੋਂ ਵੱਧ ਅਸੀਂ ਉਹਦਾ, ਇਸੇ ਕਰਕੇ ਅਸੀਂ ਇੰਟੈਗਰੇਟਡ ਸਿਸਟਮ ਮੰਗ ਰਹੇ ਹਾਂ। ਅਸੀਂ ਕਰਕੇ ਸ਼ੁਰੂ ਕਰ ਲਿਆ ਪਰ ਇਹ ਵੀ ਜਿਹੜਾ ਸਾਰਾ ਸਿਸਟਮ ਹੈ ਇੰਟੈਗਰੇਟ ਕਰੋ, ਜਿਹੜੇ ਮਰੀਜ਼ ਨੂੰ ਜੋ ਚਾਹੀਦਾ ਉਹ ਦਿਓ। ਹੋਮੋਪੈਥੀ ਚਾਹੀਦੀ ਹੋਮੋਪੈਥੀ ਦਿਓ, ਆਯੁਰਵੈਦਿਕ ਚਾਹੀਦਾ ਆਯੁਰਵੈਦਿਕ ਦਿਓ, ਨੈਚੁਰੋਪੈਥੀ ਦਿਓ, ਡਾਈਟ ਥੈਰੇਪੀ ਦਿਓ, ਗੱਲਾਂ ਬਾਤਾਂ 'ਚ ਰਾਜੀ ਕਰੋ, ਹੱਸ ਕੇ ਰਾਜੀ ਕਰੋ, ਰਵਾ ਕੇ ਰਾਜੀ ਕਰੋ, ਮੈਡੀਟੇਸ਼ਨ ਕਰਕੇ ਰਾਜੀ ਕਰੋ, ਜੋ ਵੀ ਰਾਜੀ ਕਰ ਸਕਦਾ ਉਹ ਸਿਸਟਮ ਦਾ ਪਾਰਟ ਹੋਣਾ ਚਾਹੀਦਾ। ਅਤੇ ਇੱਕੋ ਛੱਤ ਥੱਲੇ ਹੋਣਾ ਚਾਹੀਦਾ, ਇੱਕੋ ਛੱਤ ਥੱਲੇ ਹੋਵੇ ਅਤੇ ਉਹਦਾ ਜੇ ਆਪਸ ਤਾਲਮੇਲ ਹੋਵੇ ਅਤੇ ਸਾਰੇ ਇੱਕ ਦੂਜੇ ਤੋਂ ਸਿੱਖਣ, ਤਾਂ ਕਿ ਕਿਹੋ ਜਿਹਾ ਡਾਕਟਰ ਪੈਦਾ ਕਰ ਸਕੀਏ ਜਿਸ ਡਾਕਟਰ ਨੂੰ ਇਹ ਜਦੋਂ ਮਰੀਜ਼ ਆਉਣ ਸਾਰਿਆਂ ਨੂੰ ਪਤਾ ਹੋਵੇ ਵੀ ਇਹ ਮਰੀਜ਼ ਦਾ ਜਿਹੜਾ ਇਲਾਜ ਹੈ ਹੋਮੋਪੈਥੀ 'ਚ ਵਧੀਆ। ਉਹ ਫਿਰ ਹੋਮੋਪੈਥੀ ਵਾਲੇ ਨੂੰ ਕਹੇ ਵੀ ਤੂੰ ਕਰ ਪਹਿਲਾਂ, ਇਹ ਉਹ ਆ ਗਿਆ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਇਹਦਾ ਤਾਂ ਇਲਾਜ ਡਾਈਟ ਨਾਲ ਹੋਣਾ। ਉਹ ਆਪਾਂ ਡਾਈਟ ਵਾਲੇ ਕੋਲ ਭੇਜੀਏ ਵੀ ਤੂੰ ਡਾਈਟ ਪਲਾਨ ਬਣਾ ਦੇ ਇਹਨੂੰ, ਅਤੇ ਵੀ ਇਹਦੀ ਦਵਾਈ ਦੀ ਲੋੜ। ਤਾਂ ਇਹ ਇੱਕ ਸਿਸਟਮ, ਇਹ ਲੰਬਾ ਸਫ਼ਰ ਹੈ ਜਿਹੜਾ ਕਿ ਆਉਣ ਵਾਲੇ 20-30-40 ਸਾਲਾਂ 'ਚ ਕਰਨਾ ਪੈਣਾ ਸਾਨੂੰ। ਤਾਂ ਆਉਣ ਵਾਲਾ ਸਮਾਂ ਜਿਹੜਾ ਆ ਰਿਹਾ, ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਐਲੋਪੈਥੀ ਦਵਾਈਆਂ 'ਤੇ ਆਏ ਆ, ਹੁਣ ਉਸ ਝੂਠ ਦਾ ਜਿਹੜਾ ਪਰਦਾ ਲਗਭਗ ਉਹਦਾ ਘੜਾ ਭਰ ਗਿਆ ਹੋਇਆ, ਅਤੇ ਹੁਣ ਲੋਕ ਉਹ ਪੁਰਾਣੀ ਬਿਮਾਰੀ ਵਾਲੇ ਸਾਰੇ ਦਵਾਈਆਂ ਛੱਡ ਕੇ ਬਦਲ ਲੱਭ ਰਹੇ ਆ, ਅਤੇ ਬਦਲ ਵਾਲੇ ਆਪਣੇ ਕੋਲ ਆ ਰਹੇ ਆ। ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਲਗਾਤਾਰ ਵੱਧ ਰਹੇ ਆ, ਔਰ ਪੂਰੀ ਦੁਨੀਆ 'ਚੋਂ ਰਿਸਪੌਂਸ ਮਿਲ ਰਿਹਾ। ਔਰ ਮੈਂ ਬਹੁਤ ਆਸਮੰਦ ਹਾਂ ਕਿ ਆਉਣ ਵਾਲੇ 2 ਦਹਾਕੇ ਜਿਹੜੇ ਹੋਣਗੇ ਸਾਡੇ ਮੁਲਕ 'ਚ ਨਿਕਲੇ, ਪੂਰੀ ਦੁਨੀਆ ਦੇ ਅੰਦਰ ਜਿਹੜੇ ਆਉਣ ਵਾਲੇ 2 ਦਹਾਕੇ ਹੋਣਗੇ, ਉਹਦੇ ਅੰਦਰ ਪੂਰੇ ਦਾ ਪੂਰਾ ਸਿਸਟਮ ਬਦਲ ਜਾਏਗਾ। ਔਰ 2 ਦਹਾਕਿਆਂ ਬਾਅਦ ਲੋਕ ਗੱਲਾਂ ਕਰਨਗੇ ਕਿ ਜੀ ਅੱਜ ਤੋਂ 20 ਸਾਲ ਪਹਿਲਾਂ ਤਾਂ ਡਾਕਟਰਾਂ ਨੂੰ ਉਹਨੂੰ ਸ਼ੂਗਰ ਦਾ ਇਲਾਜ ਨਹੀਂ ਸੀ ਪਤਾ, ਉਹਦਾ ਲਗਾਤਾਰ ਰੋਜ਼ ਹਰ ਦਵਾਈ ਖਵਾ ਜਾਂਦੇ ਸੀ, ਉਹਨੂੰ BP ਦਾ ਇਲਾਜ ਨਹੀਂ ਸੀ ਪਤਾ, ਨਾ ਉਹਨੂੰ ਮੋਟਾਪੇ ਦਾ ਇਲਾਜ ਪਤਾ ਸੀ, ਨਾ ਉਹਨੂੰ ਆਟੋਮਿਊਨ ਬਿਮਾਰੀਆਂ ਦਾ ਇਲਾਜ ਪਤਾ ਸੀਗਾ। ਅੱਜ ਦੇਖੋ ਕੋਈ ਗੱਲ ਹੀ ਕੁਛ ਨਹੀਂ ਹੈ। ਤਾਂ ਇਹ 2 ਦਹਾਕਿਆਂ ਬਾਅਦ ਬਹੁਤਾ ਲੰਬਾ ਸਮਾਂ ਨਹੀਂ ਲੱਗਣਾ। ਹੁਣ ਕਿਉਂਕਿ ਕਮਿਊਨੀਕੇਸ਼ਨ ਦਾ ਯੁੱਗ ਹੈ, ਤਾਂ ਖਾਸ ਕਰਕੇ ਮੈਨੂੰ ਤਾਂ ਲੱਗਦਾ 1 ਦਹਾਕਾ 21 ਤੋਂ 30 ਵਾਲਾ ਦਾ ਦਹਾਕਾ ਜਿਹੜਾ ਨੇ ਇਹਨੇ ਫੈਸਲਾ ਕਰ ਦੇਣਾ, ਅਤੇ ਅੱਗੇ ਉਸ ਤੋਂ ਬਾਅਦ 1 ਦਹਾਕਾ ਹੋਰ ਲੱਗਣਾ, ਅਤੇ 2 ਦਹਾਕਿਆਂ ਮਨੁੱਖਤਾ ਨੇ ਜਿਹੜਾ ਇੱਕ ਵੱਖਰੀ ਸਟੇਜ 'ਚ ਪਹੁੰਚ ਜਾਣਾ, ਜਿੱਥੇ ਕਿ ਜਿਹੜੀਆਂ ਬਾਕੀ ਪੈਥੀਜ਼ ਨੇ ਉਹ ਮੁੱਖ ਧਾਰਾ ਹੋਣਗੀਆਂ, ਅਤੇ ਐਲੋਪੈਥੀ ਜਿਹੜੀ ਉਹ ਪਿੱਛੇ ਰਿੰਗਦੀ ਹੋਏਗੀ ਕਿ ਵੀ ਸਾਨੂੰ ਵੀ ਥੋੜ੍ਹਾ ਬਹੁਤਾ ਥਾਂ ਮਿਲ ਜਾਏ। ਜਿਹੜਾ ਅੱਜ ਇਹਨਾਂ ਨੇ ਉਹਨਾਂ ਦੂਜਿਆਂ ਦਾ ਹਾਲ ਕਰ ਰੱਖਿਆ, ਇਹਨਾਂ ਨੇ ਦੂਜਿਆਂ ਨੂੰ ਕੋਐਕਸ ਕਹਿੰਦੇ ਆ, ਝੋਲਾ ਛਾਪ ਕਹਿੰਦੇ ਆ, ਉਹ ਇਹਨਾਂ ਦਾ ਆਪਣਾ ਹਾਲ ਹੋਣਾ। ਅਤੇ ਜਾਂਦੇ ਨੇ ਕਿ ਡਾਕਟਰਸ ਜਿਹੜੇ ਨੇ ਜਿਹੜੇ ਇਲਾਜ ਕਰ ਰਹੇ ਨੇ, ਉਹਨਾਂ ਨੂੰ ਵੀ ਮਰੀਜ਼ਾਂ ਨੂੰ ਪਹਿਲਾਂ ਹੀ ਦੱਸਣਾ ਪਵੇਗਾ ਵੀ ਭਾਈ ਜੇ ਤੇਰੀ ਖਾਂਸੀ ਹੈਗੀ ਹੈ, ਦਵਾਈ ਦੇਣ ਲੱਗੇ ਇਹਦੇ ਨਾਲ ਖਾਂਸੀ ਤੇਰੀ ਵਧੇਗੀ, ਘਬਰਾਈ ਨਾ, 2 ਦਿਨ ਤੱਕ ਇਸ ਤਰ੍ਹਾਂ ਰਹੇਗੀ, ਉਸ ਤੋਂ ਬਾਅਦ ਤੂੰ ਬਿਲਕੁਲ ਠੀਕ ਹੋ ਜਾਏਗਾ। ਕੀ ਦੱਸਣਾ ਪਏਗਾ? ਬਿਲਕੁਲ ਦੱਸਣਾ ਚਾਹੀਦਾ। ਜੇ ਡਾਕਟਰ ਕਹੇਗਾ ਤਾਂ ਮਰੀਜ਼ ਮੰਨੇਗਾ ਉਹਨੂੰ, ਕਿਉਂਕਿ ਸਾਡੇ ਕਲਚਰ ਦੇ ਅੰਦਰ ਡਾਕਟਰ ਦੀ ਗੱਲ ਨੂੰ ਕੋਈ ਸਰਵੋਪਰੀ ਮੰਨਿਆ ਜਾਂਦਾ। ਉਹ ਕਹਿੰਦੇ ਡਾਕਟਰ ਝੂਠ ਨਹੀਂ ਬੋਲਦਾ। ਅੱਜ ਤੱਕ ਕੁਝ ਵੀ ਨਹੀਂ ਹੈ। ਹੁਣ ਤਾਂ ਥੋੜ੍ਹੀ ਜੇ ਤਾਂ ਘੱਟ ਗਈ ਹੋਈ ਹੈ ਡਾਕਟਰਾਂ ਦੇ ਪਿਛਲੇ 20-30 ਸਾਲ ਦੇ ਜਿਹੜੇ ਜਿਹਨੂੰ ਕਹਿੰਦੇ ਮਿਸਲੀਡਸ ਕਰਕੇ, ਜਿਹੜੇ ਮਾੜੇ ਕੰਮਾਂ ਕਰਕੇ। ਜਦੋਂ ਮੈਂ ਵੀ ਇਸ ਕਰਕੇ ਨਿਕਲਿਆ ਸੀ ਤਾਂ ਲੋਕ ਜਿਹੜੇ ਸੀ ਉਹ ਤਾਂ ਰੱਬ ਮੰਨ ਕੇ ਆਉਂਦੇ ਸੀ, ਅਤੇ ਜੋ ਤੁਸੀਂ ਕਹਿਤਾ ਮੈਨੂੰ ਯਾਦ ਪਿੰਡ ਦੀ ਡਿਸਪੈਂਸਰੀ 'ਚ ਵੀ ਕਿਸੇ ਨੂੰ ਕਹਿਣਾ ਨਾ ਵੀ ਤੂੰ ਆਪਰੇਸ਼ਨ ਕਰਾ ਲੈ, ਉਹ ਡਾਕਟਰ ਸਾਹਿਬ ਇੱਥੇ ਜੋ ਕਰਨਾ ਕਰ ਲਓ ਤੁਸੀਂ, ਮੈਂ ਤਾਂ ਤੁਹਾਡੇ ਵਾਲੇ ਆ, ਮੇਰਾ ਪੇਟ ਪਾੜਨਾ ਪੇਟ ਪਾੜੋ, ਲੱਤ ਜੋ ਇੱਥੇ ਕਰ ਲਓ, ਮੈਂ ਨਹੀਂ ਜਾਂਦਾ। ਮੈਂ ਪਿੰਡ 'ਚ ਉਹ ਸਰਜਰੀਆਂ ਕੀਤੀਆਂ ਹੋਈਆਂ ਨੇ ਜਿਹੜੀ ਕਿ ਚਲੋ ਵੱਡੀ ਸਰਜਰੀ ਤਾਂ ਨਹੀਂ ਹੁੰਦੀ ਪੋਸੀਬਲ ਉੱਥੇ, ਲੇਕਿਨ ਜਿਹੜੇ ਕਿ ਉੱਥੇ ਨਹੀਂ ਕਰਨੀਆਂ ਚਾਹੀਦੀਆਂ। ਕਿਉਂ? ਮਰੀਜ਼ ਆ ਕੇ ਬਹਿ ਗਿਆ ਵੀ ਨਹੀਂ ਮੈਂ ਕਿਤੇ ਨਹੀਂ ਜਾਣਾ ਜੂਣਾ, ਤੁਸੀਂ ਜੋ ਜੀ ਕਰਦਾ ਕਰ ਲਓ। ਉੱਥੇ ਹੀ ਬੈਠ ਕੇ ਫਿਰ ਉੱਥੇ ਹੀ ਲੋਕਲ ਜਾਂ ਲਾ ਕੇ ਉੱਥੇ ਛੋਟਾ ਮੋਟਾ ਜਿਹਾ ਫੈਸਿਲਿਟੀ ਕ੍ਰੀਏਟ ਕਰਕੇ ਉੱਥੇ ਇਲਾਜ ਕਰੀ ਜਾਣਾ।
ਤਾਂ ਇਹ ਅੱਜ ਹੁਣ ਵੀ ਅਜੇ ਵੀ ਮਰੀਜ਼ਾਂ ਦੇ ਦਿਮਾਗ 'ਚ ਹੀ ਹੈ ਵੀ ਡਾਕਟਰ ਝੂਠ ਨਹੀਂ ਬੋਲਦਾ, ਤੇ ਡਾਕਟਰਾਂ ਦਾ ਫਰਜ਼ ਬਣਦਾ ਕਿ ਝੂਠ ਨਾ ਬੋਲਣ। ਇਹ ਨਹੀਂ ਫਰਜ਼ ਬਣਦੇ ਲੋਕ ਕਿ ਮਰੀਜ਼ ਤੁਹਾਡੀ ਇੱਜ਼ਤ ਕਰ ਰਹੇ ਆ, ਮਰੀਜ਼ ਤੁਹਾਨੂੰ ਪਰਮਾਤਮਾ ਸਮਝ ਰਹੇ ਆ, ਤੇ ਅੱਜ ਜੇ ਹੌਲੀ ਹੌਲੀ ਇੱਦਾਂ ਕਰਕੇ ਤੇ ਮਰੀਜ਼ ਨੂੰ ਕਹਿਣ ਲੱਗੇ ਵੀ ਡਾਕਟਰ ਦਾ ਸ਼ੈਤਾਨ ਨੇ, ਕਹਿਣ ਲੱਗੇ ਨਾ ਹੁਣ ਵਿੱਚ ਵੀ ਸਾਰੇ ਡਾਕਟਰ ਨਹੀਂ ਪਰਮਾਤਮਾ ਹੁੰਦੇ, ਸਾਰੇ ਡਾਕਟਰ ਨਹੀਂ ਭਗਵਾਨ ਹੁੰਦੇ, ਸ਼ੈਤਾਨ ਵੀ ਹੈਗੇ ਵਿੱਚ। ਡਾਕਟਰ ਸਾਹਿਬ ਇੱਥੇ ਤੱਕ ਮੈਂ ਕਈ ਮਰੀਜ਼ਾਂ ਨੂੰ ਇਹ ਕਹਿੰਦੇ, ਜਿਹੜੇ ਬਹੁਤ ਦੁਖੀ ਨੇ, ਇਹ ਕਹਿੰਦੇ ਵੀ ਸੁਣਿਆ ਵੀ ਤਾਂ ਮਰੇ ਦਾ ਮਾਸ ਖਾ ਰਹੇ ਨੇ। ਹਾਂ ਬਿਲਕੁਲ, ਜਿਹੜੇ ਬਹੁਤ ਸਾਰੀਆਂ ਉਦਾਹਰਨਾਂ ਨੇ ਇਹੋ ਜਿਹੀਆਂ ਕਿ ਮਰੇ ਪਿਆ ਨੂੰ ਵੈਂਟੀਲੇਟਰ ਲੱਗਿਆ ਤੇ ਚੱਲ ਰਿਹਾ, ਕਈ ਦਿਨ ਬਿੱਲ ਬਣਾਉਣ ਵਾਸਤੇ, ਇਹ ਉਦਾਹਰਨਾਂ ਨੇ। ਇਸ ਕਰਕੇ ਇਹ ਵਰਤਾਰਾ ਮੈਨੂੰ ਲੱਗਦਾ ਇਹ ਜਿਹੜੇ ਯੰਗ ਡਾਕਟਰ ਆ ਰਹੇ ਆ ਖਾਸ ਕਰਕੇ, ਮੈਨੂੰ ਲੱਗਦਾ ਉਹਨਾਂ ਨੂੰ ਨਿਕਲਣਾ ਚਾਹੀਦਾ, ਕਿਉਂਕਿ ਜਿਹੜਾ ਪੈਸਾ ਹੁੰਦਾ ਨਾ ਇੱਕ ਸੀਮਾ ਤੱਕ ਹੀ ਚਾਹੀਦਾ ਹੁੰਦਾ, ਤੇ ਸੀਮਾ 'ਤੇ ਉਹ ਤੁਹਾਡੇ ਖਰਚੇ ਕਿੰਨੇ ਹੁੰਦੇ ਆ। ਤੇ ਜੇ ਤੁਸੀਂ ਕਿਸੇ ਦੀਆਂ ਬਦਦੁਆਵਾਂ ਲੈ ਰਹੇ ਹੋ, ਜੇ ਤੁਸੀਂ ਕਿਸੇ ਦੀਆਂ ਗਾਲਾਂ ਖਾ ਰਹੇ ਹੋ ਤਾਂ ਤੁਹਾਡੀ ਕੋਈ ਇੱਜ਼ਤ ਨਹੀਂ ਹੈ, ਤਾਂ ਮੈਂ ਨਹੀਂ ਸਮਝਦਾ ਕਿ ਉਹ ਕੋਈ ਪ੍ਰੋਫੈਸ਼ਨ ਵਾਸਤੇ ਅੱਛੀ ਗੱਲ ਹੈ। ਤਾਂ ਇਸ ਖਾਸ ਕਰਕੇ ਜਿਹੜੇ ਬੱਚੇ ਹੁਣ ਆ ਰਹੇ ਆ, ਯੰਗ ਡਾਕਟਰ ਆ ਰਹੇ ਆ, ਇਹਨਾਂ ਨੂੰ ਸਰਟ ਕਰਨਾ ਚਾਹੀਦਾ ਆਪਣੇ ਆਪ ਨੂੰ, ਔਰ ਜਿਹੜੀ ਇੰਟੈਗਰੇਟਡ ਸਿਸਟਮ ਵਾਲੀ ਗੱਲ ਜਿਹੜੀ ਆ ਉਹਦੇ 'ਤੇ ਹੋਣਾ ਚਾਹੀਦਾ। ਬਾਕੀ ਸਭ ਸਪੈਥੀ ਦਾ ਸਿੱਖਣਾ ਚਾਹੀਦਾ, ਔਰ ਇੱਕ ਨਵਾਂ ਜਿਹੜਾ ਯੁੱਗ ਆ ਰਿਹਾ ਅਗਲੇ 2-3 ਦਹਾਕਿਆਂ 'ਚ, ਉਸ ਯੁੱਗ ਦਾ ਹਿੱਸਾ ਬਣਨਾ ਚਾਹੀਦਾ। ਨਹੀਂ ਤਾਂ ਅਸੀਂ ਕੀ ਹੋਏਗਾ ਕਿ ਲੋਕ ਸਾਨੂੰ ਹੌਲੀ ਹੌਲੀ ਰਿਜੈਕਟ ਕਰਨ ਲੱਗ ਜਾਣਗੇ, ਸਾਡੀ ਇੱਜ਼ਤ ਘਟਦੀ ਜਾਏਗੀ, ਔਰ ਫਿਰ ਸਾਨੂੰ ਕੋਈ ਪੁੱਛੇਗਾ ਨਹੀਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਇੰਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ। ਸੋ ਇਸ ਨੂੰ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਦਵਾਈਆਂ ਅਤੇ ਡਾਈਟ ਯਾਨੀ ਕਿ ਜੀਵਨ ਜਾਂਚ, ਖਾਣ ਪੀਣ ਦੇ ਰਾਹੀਂ ਇਲਾਜ ਕਰਨ ਦੇ ਵਿੱਚ ਕੀ ਕੀ ਫਰਕ ਹੈ, ਕਿਸ ਤਰ੍ਹਾਂ ਫਰਕ ਆਉਂਦਾ ਚਲਾ ਗਿਆ, ਫਰਕ ਕਿਉਂ ਆਇਆ, ਇਹਦੇ ਪਿੱਛੇ ਦੇ ਕੀ ਕਾਰਨ ਨੇ, ਅੱਜ ਸਾਨੂੰ ਕਿਉਂ ਕਹਿਣਾ ਪੈ ਰਿਹਾ ਕਿ ਦਵਾਈਆਂ ਤੋਂ ਬਚੋ ਤੇ ਡਾਈਟ ਤੇ ਜੀਵਨ ਜਾਂਚ ਵੱਲ ਧਿਆਨ ਦਿਓ, ਕਿਹੜੀਆਂ ਗੱਲਾਂ ਅਜਿਹੀਆਂ ਨੇ ਜਿਹੜੀਆਂ ਡਾਕਟਰਾਂ ਨੂੰ ਵੀ ਕਰਨ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਡਾਕਟਰਾਂ 'ਚ ਬਹਾਲ ਹੋਏਗਾ, ਮਰੀਜ਼ਾਂ ਨੂੰ ਕਿਵੇਂ ਜਿਹੜਾ ਉਹ ਇਲਾਜ ਕਰਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਸਮਝਣਾ ਪਵੇਗਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਰੀਜ਼ਾਂ ਨੂੰ ਆਪ ਸਮਝਣ ਦੀ ਲੋੜ ਹੈ ਕਿ ਮੈਂ ਕਿੱਥੇ ਗਲਤ ਹਾਂ ਤੇ ਕਿੱਥੇ ਮੈਂ ਸਹੀ ਹਾਂ। ਜੇ ਦਰਦ ਹੋ ਰਿਹਾ ਤਾਂ ਕੁਦਰਤ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੇ ਖਾਂਸੀ ਆ ਰਹੀ ਹੈ ਤਾਂ ਕੁਦਰਤ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੱਛਣਾਂ ਨੂੰ ਪਛਾਣਨ ਦੀ ਜਿਹੜੀ ਅਕਲ ਜਿਹੜੀ ਆਪਣੇ ਆਪ ਦੇ ਵਿੱਚ ਲਿਆਉਣੀ ਪਵੇਗੀ। ਤੇ ਜਦੋਂ ਇਹ ਸਾਰੀਆਂ ਚੀਜ਼ਾਂ ਆਉਣਗੀਆਂ ਤੇ ਨਾਲ ਅਸੀਂ ਆਪਣੀ ਡਾਈਟ ਠੀਕ ਕਰ ਲਵਾਂਗੇ ਤਾਂ ਕੋਈ ਕਾਰਨ ਨਹੀਂ ਕਿ ਸਾਡਾ ਸਰੀਰ ਬਿਮਾਰ ਰਹਿ ਜਾਵੇ। ਸੋ ਤੁਹਾਨੂੰ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋਵੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।